हालेलुया। परमेश्वर के पवित्र नाम की तारीफ होवे। आओ कटांगे पहला कुरंथियां 9:24। पहला कुरंथियां 9:24। ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਦੌੜਦੇ ਹਨ ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ। ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਵੀ ਇਨਾਮ ਲੈ ਜਾਓ। आओ पढ़े हुए वचन के लिए खुदा का धन्यवाद करते हैं, प्रार्थना करेंगे। सर्वशक्तिमान खुदा अचरज सलाहू तेरे नाम की महिमा तेरे नाम की वडियाई करता हाँ प्रभु जी। मेरे महान पिता सचमुच खुदावंदा प्रभु यीशु मसीह अज हरेक मनुख एक दौड़ में दौड़ रहा है खुदावंद प्रभु जी, लेकिन मेरे महान पिता इनाम वही लैके जाएगा जिहड़ा खुदावंद जित नूं प्राप्त करेगा खुदावंद, क्योंकि हरेक मनुख दौड़ता है ताकि वह इनाम प्राप्त कर सके, लेकिन प्रभु यीशु मसीह जिहड़ा जितदा है वही इनाम नूं प्राप्त कर सकता है। पवित्र आत्मा जी तो वड्डी दया कर खुदावंद प्रभु यीशु मसीह। मेरे महान पिता प्रभु जी अज दा वचन हरेक नूं दौड़ना सिखावे खुदावंदा, ताकि दौड़ भी वचन के अनुसार होवे ते जित भी वचन के अनुसार होवे। जो खुदावंद दौड़ ते जित दोनों वचन के अनुसार हैं तो खुदावंद प्रभु यीशु मसीह उस मुकुट नूं उस इनाम नूं लैण तो कोई भी खुदावंद तेरे लोकां नूं रोक नहीं सकता प्रभु जी। तो वड्डी दया कर कृपा कर अपने लोगों को समझ और बुद्ध दे खुदावंदा, ताकि प्रभु यीशु मसीह असी भी खुदावंद जो दौड़ीए खुदावंदा प्रभु जी तो उस जित नूं प्राप्त कर सकीए खुदावंदा, ताकि जित के असी खुदावंदा उस मुकुट नूं प्राप्त कर लीए खुदावंद जो तू अपने पवित्र लोकां लई रखिया है खुदावंद। वड्डी दया कर कृपा कर अज दा संदेश खुदावंदा हरेक दे हिरदे नूं छिद दवे। बोलण वाला कोई मांस ते लहू ना होवे, बोलण वाला तू आप होवे पवित्र आत्मा। दया कर कृपा कर तेरे नाम प्रभु यीशु मसीह दे विच मंगदे हां, आमीन हालेलुया। परमेश्वर दे पवित्र नाम की तारीफ होवे। असी देखिया आ बाइबल दे विच पहला कुरंथियां 9:24 विच असी पढ़िया आ कि तुसी ये नहीं जानदे कि दौड़ विच सभे दौड़दे हन ਤਾਂ ਸਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਕੇ ਜਾਂਦਾ ਹੈ। ਬਾਈਬਲ ਇਸੇ ਤਰ੍ਹਾਂ ਬਿਆਨ ਕਰ ਰਹੀ ਆ ਅੱਜ ਹਰੇਕ ਮਨੁੱਖ ਇੱਕ ਦੌੜ ਵਿੱਚ ਦੌੜ ਰਿਹਾ ਆ, ਹਰ ਕੋਈ ਮਨੁੱਖ ਦੌੜ ਰਿਹਾ ਆ ਮਸੀਹ ਲਾਈਨ ਦੇ ਵਿੱਚ, ਹਰੇਕ ਮਨੁੱਖ ਦੌੜ ਰਿਹਾ ਆ ਤਾਂ ਕਿ ਉਹ ਖੁਦਾ ਦੇ ਰਾਜ ਵਿੱਚ ਜਾ ਸਕੇ। ਲੇਕਿਨ ਸਵਾਲ ਇਹ ਆ ਵੀ ਜਿਹੜਾ ਵੀ ਮਨੁੱਖ ਦੌੜ ਰਿਹਾ ਆ ਕੀ ਉਹ ਵਚਨ ਦੇ ਅਨੁਸਾਰ ਦੌੜ ਰਿਹਾ ਹੈ? ਜੇ ਕਿਸ ਦੀ ਦੌੜ ਵਚਨ ਦੇ ਅਨੁਸਾਰ ਨਹੀਂ ਆ ਤੇ ਉਹ ਮਨੁੱਖ ਕਦੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦਾ। ਜਦੋਂ ਵੀ कोई खेल हुंदा है या कोई भी किसी भी तरह का कोई खेल हुंदा ते लोकी दौड़ते आ खेलते आ ते उन्हां दे नियम ते कायदे कानून हुंदे आ, उहदे दायरे दे विच रह के उन्हां नूं खेलना पैंदा आ, उसे लाइन दे विच रह के उन्हां नूं दौड़ना पैंदा आ। जे कोई मनुख उस कानूनां नूं तोड़ के अलग तरीके नाल दौड़े या अलग तरीके नाल खेले ते की कीता जांदा आ, उहनूं उस खेल तो बाहर कढ दित्ता जांदा। इसे ही तरह ਜਦੋਂ ਕੋਈ ਮਨੁੱਖ ਮਸੀਹ ਦੇ ਵਿੱਚ ਚੱਲਦਾ ਆ ਤੇ ਉਹਨੂੰ ਮਸੀਹ ਦੇ ਕਾਇਦੇ ਕਾਨੂੰਨਾਂ ਦੇ ਵਿੱਚ ਰਹਿ ਕੇ ਹੀ ਜੀਵਨ ਬਤੀਤ ਕਰਨਾ ਪਵੇਗਾ, ਚੱਲਣਾ ਪਵੇਗਾ, ਦੌੜਨਾ ਪਵੇਗਾ ਤਾਂ ਕਿ ਉਸ ਮੁਕਟ ਨੂੰ ਪ੍ਰਾਪਤ ਕਰ ਸਕੇ। ਕਿਉਂਕਿ ਬਾਈਬਲ ਨੇ ਇਸੇ ਤਰ੍ਹਾਂ ਬਿਆਨ ਕੀਤਾ ਆ ਦੌੜਦੇ ਹਨ ਸਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ। ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਵੀ ਇਨਾਮ ਲੈ ਜਾਓ। ਹੁਣ ਬਾਈਬਲ ਬਿਆਨ ਕਰਦੀ ਤੁਸੀਂ ਵੀ ਦੌੜੋ ਤਾਂ ਕਿ ਤੁਸੀਂ ਵੀ ਕੀ ਲੈ ਕੇ ਜਾਵੋ? ਇਨਾਮ ਲੈ ਕੇ ਜਾਵੋ। ਹੁਣ ਜਿਹੜੀ ਦੌੜ ਦੌੜਨੀ ਆ ਉਹ ਕਿਸ ਤਰ੍ਹਾਂ ਦੌੜਨੀ ਆ ਇਸ ਚੀਜ਼ ਦੀ ਵੀ ਸਮਝ ਹੋਣੀ ਚਾਹੀਦੀ ਆ ਤੇ ਇਸ ਦੀ ਸਮਝ ਸਾਨੂੰ ਕੌਣ ਦਿੰਦਾ ਆ? ਬਾਈਬਲ ਸਾਨੂੰ ਇਸ ਦੀ ਸਮਝ ਦਿੰਦੀ ਆ ਕਿਉਂਕਿ ਬਾਈਬਲ ਦੇ ਵਿੱਚ ਸਭ ਮੈਨੂਅਲ ਲਿਖਿਆ ਗਿਆ ਆ ਵੀ ਤੁਸੀਂ ਕਿੱਦਾਂ ਦਾ ਜੀਵਨ ਬਤੀਤ ਕਰਨਾ। ਜਿਹੜੀ ਤੁਸੀਂ ਮਸੀਹ ਦੌੜ ਦੌੜਨੀ ਆ ਉਹ ਮਸੀਹ ਦੌੜ ਤੁਸੀਂ ਕਿੱਦਾਂ ਦੀ ਦੌੜਨੀ ਆ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਆ। ਅੱਜ ਹਰੇਕ ਮਨੁੱਖ ਆਪਣੇ ਹਿਸਾਬ ਨਾਲ ਦੌੜਦਾ ਆ, ਲੇਕਿਨ ਜੇ ਹਰੇਕ ਮਨੁੱਖ ਆਪਣੇ ਹਿਸਾਬ ਨਾਲ ਦੌੜੇਗਾ ਤੇ ਉਹ ਜਿੱਤ ਨੂੰ ਪ੍ਰਾਪਤ ਨਹੀਂ ਕਰ ਸਕਦਾ। ਬਹੁਤ ਲੋਕ ਦੌੜ ਰਹੇ ਆ, ਹਰ ਇੱਕ ਮਨੁੱਖ ਦੌੜ ਲਾ ਰਿਹਾ ਆ ਵੀ ਮੈਂ ਖੁਦਾ ਨੂੰ ਖੁਸ਼ ਕਰਦਾ, ਮੈਂ ਖੁਦਾ ਨੂੰ ਪ੍ਰਸੰਨ ਕਰ ਦਵਾਂ, ਮੈਂ ਉਹਦੇ ਰਾਜ 'ਚ ਚਲੇ ਜਾਵਾਂ। ਲੇਕਿਨ ਜੇ ਤੁਸੀਂ ਉਹਦੇ ਰਾਜ 'ਚ ਜਾਣਾ ਤੁਹਾਨੂੰ ਦੌੜਨਾ ਵੀ ਉਹਦੇ ਅਨੁਸਾਰ ਹੀ ਪਵੇਗਾ। ਜੇ ਤੁਸੀਂ ਆਪਣੇ ਅਨੁਸਾਰ ਦੌੜਦੇ ਹੋ ਤੇ ਕੋਈ ਲਾਭ ਨਹੀਂ ਹੈ। ਹਰ ਇੱਕ ਚੀਜ਼ ਦਾ ਰੂਲ ਰੈਗੂਲੇਸ਼ਨ ਹੁੰਦਾ ਆ, ਹਰ ਇੱਕ ਖੇਲ ਦਾ ਰੂਲ ਰੈਗੂਲੇਸ਼ਨ ਹੁੰਦਾ ਆ, ਠੀਕ ਹੈ ਨਾ। ਇਸੇ ਤਰ੍ਹਾਂ ਮਸੀਹ ਲਾਈਨ ਦੇ ਵਿੱਚ ਵੀ ਕੁਝ ਰੂਲ ਰੈਗੂਲੇਸ਼ਨ ਆ, ਕੁਝ ਵਿਧੀਆਂ ਨੇ, ਕੁਝ ਕਾਨੂੰਨ ਆ ਜਿਹਦੇ ਅਨੁਸਾਰ ਇੱਕ ਮਸੀਹ ਭੈਣ ਭਾਈ ਦੌੜ ਸਕਦਾ ਆ ਤੇ ਇਨਾਮ ਨੂੰ ਪ੍ਰਾਪਤ ਕਰ ਸਕਦਾ ਜਿੱਤ ਕੇ। ਇਸ ਤਰ੍ਹਾਂ ਨਹੀਂ ਬਿਨਾਂ ਜਿੱਤੇ ਇਨਾਮ ਪ੍ਰਾਪਤ ਨਹੀਂ ਕਰ ਸਕਦਾ, ਠੀਕ ਹੈ ਨਾ। ਇਸੇ ਤਰ੍ਹਾਂ ਚਾਹੀਦਾ ਆ ਵੀ ਦੌੜ ਕਿਸ ਤਰ੍ਹਾਂ ਦੌੜੀ ਜਾਵੇ।
ਅੱਜ ਇੱਕ ਮਨੁੱਖ ਜਦੋਂ ਕੋਈ ਵੀ ਭੈਣ ਭਾਈ ਕਿਸੇ ਕੱਪੜੇ ਦੀ ਦੁਕਾਨ ਤੇ ਜਾਂਦਾ ਹੈ, ਉਹ ਕੱਪੜਾ ਖਰੀਦਦਾ ਹੈ, ਉਹ ਮੈਚਿੰਗ ਕਰਦਾ ਆ ਵੀ ਪੈਂਟ ਕਿੱਦਾਂ ਦੀ ਲੈਣੀ, ਸ਼ਰਟ ਕਿੱਦਾਂ ਦੀ ਲੈਣੀ ਆ, ਉਹ ਨਾਲ ਟਾਈ ਕਿੱਦਾਂ ਦੀ ਲੈਣੀ ਆ, ਰੁਮਾਲ ਕਿੱਦਾਂ ਦਾ ਲੈਣਾ ਆ, ਹਰ ਇੱਕ ਬੂਟ ਕਿੱਦਾਂ ਦੇ ਪਾਣੇ, ਉਹ ਮੈਚਿੰਗ ਕਰਕੇ ਪਾਉਂਦਾ ਆ। ਇਸੇ ਤਰ੍ਹਾਂ ਜੇ ਕੋਈ ਭੈਣ ਦੁਕਾਨ ਤੇ ਜਾਵੇਗੀ, ਉਹਨੇ ਸੂਟ ਦੇ ਨਾਲ ਚੁੰਨੀ ਮੈਚ ਕਰਨੀ ਆ, ਹਰੇਕ ਚੀਜ਼ ਉਹਨੇ ਮੈਚ ਕਰਕੇ ਲੈਣੀ ਆ ਤਾਂ ਕਿ ਆਊਟ ਨਾ ਲੱਗੇ। ਲੇਕਿਨ ਇਸੇ ਤਰ੍ਹਾਂ ਖੁਦਾ ਚਾਹੁੰਦਾ ਆ, ਜੇ ਤੁਸੀਂ ਆਪਣੇ ਆਪ ਨੂੰ ਮਸੀਹ ਕਹਿੰਦੇ ਹੋ, ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਵੀ ਮੈਂ ਖੁਦਾ ਦਾ ਬੇਟਾ, ਖੁਦਾ ਦੀ ਬੇਟੀ ਆ, ਤੇ ਖੁਦਾਵੰਦ ਵੀ ਤੁਹਾਡਾ ਜੀਵਨ ਬਾਈਬਲ ਦੇ ਨਾਲ ਮੈਚ ਕਰਕੇ ਵੇਖੇਗਾ ਵੀ ਤੁਸੀਂ ਪਰਫੈਕਟ ਹੋ ਜਾਂ ਨਹੀਂ ਹੋ। ਜੇ ਤੁਸੀਂ ਬਾਈਬਲ ਦੇ ਅਨੁਸਾਰ ਮੈਚਿੰਗ ਦੇ ਵਿੱਚ ਨਹੀਂ ਆਉਂਦੇ, ਬਾਈਬਲ ਦੇ ਅਨੁਸਾਰ ਤੁਹਾਡਾ ਜੀਵਨ ਨਹੀਂ ਆ, ਤੁਸੀਂ ਕਹਿੰਦੇ ਹੋ ਮੈਂ ਬਾਈਬਲ ਦੇ ਅਨੁਸਾਰ ਚੱਲਦੀ ਆ, ਜੇ ਬਾਈਬਲ ਦੇ ਅਨੁਸਾਰ ਤੁਹਾਡਾ ਜੀਵਨ ਨਹੀਂ ਆ ਤੇ ਖੁਦਾਵੰਦ ਕੀ ਕਰੇਗਾ? ਤੁਹਾਨੂੰ ਰਿਜੈਕਟ ਕਰ ਦੇਵੇਗਾ, ਉਹ ਤੁਹਾਨੂੰ ਰਿਜੈਕਟ ਕਰ ਦੇਵੇਗਾ। ਇਸੇ ਤਰ੍ਹਾਂ ਸਰੀਰ ਦੇ ਵਿੱਚ ਜਦੋਂ ਕੋਈ ਮਨੁੱਖ ਚੱਲਦਾ ਆ ਤੇ ਉਹ ਬੜੇ ਹੀ ਸਿਸਟਮ ਦੇ ਨਾਲ ਚੱਲਦਾ ਆ, ਟਾਈਮ ਦੇ ਨਾਲ ਉਹਨੇ ਕੰਮ ਤੇ ਜਾਣਾ, ਟਾਈਮ ਨਾਲ ਖਾਣਾ ਪੀਣਾ ਆ, ਹਰੇਕ ਉਹਦਾ ਟਾਈਮ ਟੇਬਲ ਬਣਿਆ ਹੁੰਦਾ। ਇਸੇ ਤਰ੍ਹਾਂ ਖੁਦਾ ਦੇ ਵਿੱਚ ਚੱਲਣ ਦਾ ਵੀ ਟਾਈਮ ਟੇਬਲ ਹੁੰਦਾ ਆ, ਕਿਸ ਸਮੇਂ ਪ੍ਰਾਰਥਨਾ ਕਰਨੀ ਆ, ਕਿਸ ਸਮੇਂ ਚਰਚ ਜਾਣਾ ਆ, ਕਿਸ ਸਮੇਂ ਤੁਸੀਂ ਸਰੀਰਕ ਕੰਮ ਕਰਨੇ ਆ। ਖੁਦਾ ਨੇ ਸਭ ਬਾਈਬਲ ਦੇ ਵਿੱਚ ਤੁਹਾਨੂੰ ਸਮਝਾ ਦਿੱਤਾ ਆ, ਕਿਉਂਕਿ ਇਹ ਬਾਈਬਲ ਕੀ ਆ? ਬਾਈਬਲ ਉਹ ਮੈਨੂਅਲ ਆ ਜੋ ਤੁਹਾਨੂੰ ਜੀਵਨ ਜੀਣਾ ਸਿਖਾਉਂਦੀ ਹੈ। ਇਹ ਬਾਈਬਲ ਉਹ ਆ। ਤੇ ਅੱਜ ਮਨੁੱਖਾਂ ਨੂੰ, ਭੈਣ ਭਾਈਆਂ ਨੂੰ ਚਾਹੀਦਾ ਆ, ਜੇ ਉਹ ਦੌੜ ਰਹੇ ਨੇ ਤੇ ਉਹਨਾਂ ਦੀ ਦੌੜ ਬੇਕਾਰ ਨਾ ਚਲੀ ਜਾਵੇ। ਇਹ ਮਸੀਹ ਦੌੜ ਦੇ ਵਿੱਚ ਜੇ ਚੱਲਣਾ ਆ, ਜੇ ਮਸੀਹ ਲਾਈਨ ਦੇ ਵਿੱਚ ਚੱਲਣਾ, ਤੁਹਾਡਾ ਜੀਵਨ ਪਰਫੈਕਟ ਹੋਣਾ ਚਾਹੀਦਾ ਆ ਬਾਈਬਲ ਦੇ ਅਕੋਰਡਿੰਗ। ਜੇ ਬਾਈਬਲ ਦੇ ਅਕੋਰਡਿੰਗ ਤੁਹਾਡਾ ਜੀਵਨ ਨਹੀਂ ਆ ਤੇ ਤੁਸੀਂ ਖੁਦਾ ਵੱਲੋਂ ਇੱਕ ਦਿਨ ਰਿਜੈਕਟ ਕਰ ਦਿੱਤੇ ਜਾਵੋਗੇ, ਕਿਉਂਕਿ ਬਹੁਤ ਲੋਕ ਦੌੜਦੇ ਨੇ। ਹੁਣ ਤੁਸੀਂ ਦੇਖੋ, ਜਦੋਂ ਟਰੋਫੀ ਲੱਗੀ ਹੁੰਦੀ ਆ ਜਾਂ ਜਿਹੜਾ ਵੀ ਕੱਪ ਲੱਗਿਆ ਹੁੰਦਾ ਆ, ਉਹ ਕੱਪ ਕੀ ਹੁੰਦਾ ਆ? ਉਹਨਾਂ ਨੇ ਸਜਾ ਕੇ ਲਾਇਆ ਹੁੰਦਾ ਆ ਫਰੰਟ ਤੇ ਕੀ ਹੁੰਦਾ ਆ? ਉਹ ਜਿਹੜਾ ਕੱਪ ਘੁੰਮ ਰਿਹਾ ਹੁੰਦਾ ਆ ਮੈਦਾਨ ਦੇ ਵਿੱਚ, ਉਹ ਕੱਪ ਉਹਨਾਂ ਨੇ ਰੱਖਿਆ ਹੁੰਦਾ ਵੀ ਜਿਹੜਾ ਜਿੱਤੂਗਾ ਉਹਨੂੰ ਦਿੱਤਾ ਜਾਵੇਗਾ। ਤੇ ਕੀ ਹੁੰਦਾ ਆ? ਉਹ ਕੱਪ ਨੂੰ ਹਰੇਕ ਮਨੁੱਖ ਨਹੀਂ ਪ੍ਰਾਪਤ ਕਰ ਸਕਦਾ। ਉਹ ਕੱਪ ਸਿਰਫ ਇੱਕੋ ਹੀ ਮਨੁੱਖ ਵਾਸਤੇ ਹੁੰਦਾ, ਜਿਹੜਾ ਮਨੁੱਖ ਜਾਂ ਜਿਹੜੀ ਟੀਮ ਉਸ ਨੂੰ ਜਿੱਤੇ, ਉਸ ਖੇਲ ਨੂੰ ਜਿੱਤੇ, ਤੇ ਉਹੀ ਉਸ ਕੱਪ ਨੂੰ, ਉਸ ਟਰੋਫੀ ਨੂੰ ਲੈ ਸਕਦੀ ਆ, ਉਹੀ ਟੀਮ ਲੈ ਸਕਦੀ। ਇਸੇ ਤਰ੍ਹਾਂ ਮਸੀਹ ਦੇ ਵਿੱਚ ਉਹੀ ਭੈਣ ਭਾਈ ਅਨੰਤ ਜੀਵਨ ਨੂੰ ਪ੍ਰਾਪਤ ਕਰ ਸਕਦਾ ਆ ਜਿਹੜਾ ਬਾਈਬਲ ਦੇ ਅਨੁਸਾਰ ਜੀਵਨ ਪ੍ਰਾਪਤ ਕਰੇ। ਅਸੀਂ ਕੱਢਾਂਗੇ ਪ੍ਰਕਾਸ਼ ਦੀ ਪੋਥੀ 2:7। ਪ੍ਰਕਾਸ਼ ਦੀ ਪੋਥੀ 2:7। ਪ੍ਰਕਾਸ਼ ਦੀ ਪੋਥੀ 2:7 ਵਿੱਚ ਲਿਖਿਆ ਹੈ, ਜਿਹਦੇ ਕੰਨ ਹਨ ਸੋ ਸੁਣੇ, ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ? ਜਿਹੜਾ ਜਿੱਤਣ ਵਾਲਾ ਹੈ ਉਸ ਨੂੰ ਮੈਂ ਜੀਵਨ ਦੇ ਬਿਰਛ ਵਿੱਚੋਂ ਜੋ ਪਰਮੇਸ਼ਵਰ ਦੇ ਫਿਰਦੌਸ ਵਿੱਚ ਹੈ ਖਾਣ ਲਈ ਦਿਆਂਗਾ। ਬਾਈਬਲ 'ਚ ਸਾਫ਼ ਲਿਖਿਆ ਆ, ਜਿਹੜਾ ਜਿੱਤਣ ਵਾਲਾ ਹੈ ਉਸ ਨੂੰ ਮੈਂ ਜੀਵਨ ਦੇ ਬਿਰਛ ਵਿੱਚੋਂ, ਜੀਵਨ ਦਾ ਬਿਰਛ ਕੌਣ ਆ? ਪ੍ਰਭੂ ਯੀਸ਼ੂ ਮਸੀਹ ਕਹਿੰਦਾ ਜੀਵਨ ਦੇ ਬਿਰਛ ਵਿੱਚੋਂ, ਪਰਮੇਸ਼ਵਰ ਦੇ ਫਿਰਦੌਸ ਵਿੱਚ ਖਾਣ ਲਈ ਦਿਆਂਗਾ। ਹੁਣ ਤੁਸੀਂ ਦੇਖੋ, ਜਿਹੜਾ ਜਿੱਤਦਾ ਆ ਇਨਾਮ ਉਹਨੂੰ ਹੀ ਪ੍ਰਾਪਤ ਹੁੰਦਾ, ਅਨੰਤ ਜੀਵਨ ਉਸੇ ਨੂੰ ਹੀ ਪ੍ਰਾਪਤ ਹੁੰਦਾ। ਅਸੀਂ ਇਹਦੀ ਪੜਾਂਗੇ 2:17। ਜਿਹਦੇ ਕੰਨ ਹਨ ਸੋ ਸੁਣੇ, ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ? ਜਿਹੜਾ ਜਿੱਤਣ ਵਾਲਾ ਹੈ ਉਸ ਨੂੰ ਮੈਂ ਗੁਪਤ ਮਨ ਵਿੱਚੋਂ ਦਿਆਂਗਾ, ਅਤੇ ਮੈਂ ਉਸ ਨੂੰ ਇੱਕ ਚਿੱਟਾ ਪੱਥਰ ਦਿਆਂਗਾ, ਅਤੇ ਉਹ ਉਸ ਪੱਥਰ ਉੱਤੇ ਇੱਕ ਨਵਾਂ ਨਾਮ ਲਿਖਿਆ ਹੋਇਆ ਹੈ, ਜਿਸ ਨੂੰ ਉਸਦੇ ਲੈਣ ਵਾਲੇ ਤੋਂ ਛੁੱਟ ਕੋਈ ਹੋਰ ਨਹੀਂ ਜਾਣਦਾ। ਹੁਣ ਸਵਾਲ ਆ, ਜਿੱਤਣ ਵਾਲੇ ਦੀ ਜੀਵਨ ਵੀ ਉਹਨੂੰ ਹੀ ਮਿਲਣਾ, ਉਹ ਚਿੱਟਾ ਪੱਥਰ ਵੀ ਉਹਨੂੰ ਮਿਲਣਾ, ਚਿੱਟਾ ਵਸਤਰ ਵੀ ਉਹਨੂੰ ਮਿਲਣਾ, ਅਨੰਤ ਜੀਵਨ ਵੀ ਉਹਨੂੰ ਹੀ ਮਿਲਣਾ, ਜਿਹੜਾ ਜਿੱਤੇਗਾ। ਹੁਣ ਦੌੜ ਤਾਂ ਹਰੇਕ ਰਿਹਾ ਹੈ, ਕਰੋੜਾਂ ਅਰਬਾਂ ਲੋਕ ਮਸੀਹ ਦੇ ਵਿੱਚ ਦੌੜ ਰਹੇ ਆ, ਕਾਹਦੇ ਵਾਸਤੇ? ਮੁਕਟ ਲੈਣ ਵਾਸਤੇ, ਜੀਵਨ ਲੈਣ ਵਾਸਤੇ। ਲੇਕਿਨ ਕੀ ਉਹਨਾਂ ਦੀ ਦੌੜ ਬਾਈਬਲ ਦੇ ਅਨੁਸਾਰ ਹੈ? ਜੇ ਤੁਸੀਂ ਬਾਈਬਲ ਦੇ ਅਨੁਸਾਰ ਨਹੀਂ ਦੌੜਦੇ, ਮੰਨ ਲਓ ਤੁਸੀਂ ਘਰ ਦੇ ਵਿੱਚ ਕੋਈ ਚੀਜ਼ ਲੈ ਕੇ ਆਉਂਦੇ ਆ, ਏਸੀ ਲੈ ਕੇ ਆਉਂਦੇ, ਕੂਲਰ ਲੈ ਕੇ ਆਉਂਦੇ ਆ, ਉਹਦੇ ਨਾਲ ਇੱਕ ਕਾਪੀ ਦਿੱਤੀ ਗਈ ਹੁੰਦੀ ਆ ਜਿਹਦੇ ਵਿੱਚ ਪੂਰਾ ਮੈਨੂਅਲ ਦਿੱਤਾ ਗਿਆ ਹੁੰਦਾ ਆ ਵੀ ਤੁਸੀਂ ਕਿਸ ਤਰ੍ਹਾਂ ਇਹਨੂੰ ਇਸਤੇਮਾਲ ਕਰਨਾ ਆ। ਜੇ ਤੁਸੀਂ ਇਹਦਾ ਗਲਤ ਇਸਤੇਮਾਲ ਕਰੋਗੇ ਤੇ ਚੀਜ਼ ਖਰਾਬ ਹੋ ਜਾਵੇਗੀ। ਇਸੇ ਤਰ੍ਹਾਂ ਹੀ ਜਿਹੜਾ ਮਸੀਹ ਲਾਈਨ ਦੇ ਵਿੱਚ ਜੀਵਨ ਆ, ਇਹ ਜਿਹੜੀ ਬਾਈਬਲ ਆ, ਇਹ ਉਹੀ ਪੁਸਤਕ ਆ ਜਿਹਦੇ ਅਨੁਸਾਰ ਤੁਸੀਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਹੋ। ਇਹਦੇ ਵਿੱਚ ਸਭ ਰੂਲ ਰੈਗੂਲੇਸ਼ਨ ਲਿਖੇ ਆ। ਤੁਸੀਂ ਕਿਸ ਵੇਲੇ
ਉੱਠਣਾ ਆ, ਕਿਸ ਵੇਲੇ ਪ੍ਰਾਰਥਨਾ ਕਰਨੀ ਆ, ਸਰੀਰਕ ਕੰਮਾਂ ਵਿੱਚ ਤੁਸੀਂ ਕੀ ਕਰਨਾ ਤੇ ਆਤਮਿਕ ਕੰਮਾਂ ਦੇ ਵਿੱਚ ਤੁਸੀਂ ਕੀ ਕਰਨਾ, ਸਾਰਾ ਕੁਝ ਦਿੱਤਾ ਗਿਆ ਆ ਵੀ ਜਿਹੜੇ ਤੁਸੀਂ ਸਰੀਰਕ ਕੰਮ ਕਰਦੇ ਹੋ ਉਹਦਾ ਕੀ ਸਮਾਂ ਆ ਤੇ ਆਤਮਿਕ ਕੰਮਾਂ ਦਾ ਕੀ ਸਮਾਂ ਆ। ਇਹ ਸਭ ਕੁਝ ਬਾਈਬਲ 'ਚ ਦਿੱਤਾ ਗਿਆ ਹੈ। ਤੇ ਜੇ ਤੁਸੀਂ ਬਾਈਬਲ ਦੇ ਰੂਲ ਤੋਂ ਬਾਹਰ ਜਾਂਦੇ ਹੋ ਤੇ ਕੀ ਹੁੰਦਾ, ਤੁਹਾਡੇ ਜੀਵਨ ਦੇ ਵਿੱਚ ਗੜਬੜੀ ਆਉਂਦੀ ਹੈ। ਜਿਸ ਤਰ੍ਹਾਂ ਤੁਸੀਂ ਕੋਈ ਸਰੀਰਕ ਚੀਜ਼ ਵਰਤ ਰਹੇ ਹੋ, ਜੇ ਤੁਹਾਨੂੰ ਪਤਾ ਹੀ ਨਹੀਂ ਚੀਜ਼ ਚਲਾਉਣ ਦਾ ਵੀ ਕਿੰਨੀ ਸਪੀਡ ਤੇ ਉਸ ਚੀਜ਼ ਨੂੰ ਰੱਖਣਾ ਆ, ਜੇ ਹੌਲੀ ਰੱਖਣਾ ਹੋਵੇ ਤੁਸੀਂ ਤੇਜ਼ ਕਰ ਦਵੋ ਤੇ ਕੀ ਹੁੰਦਾ ਆ, ਉਸ ਚੀਜ਼ ਦਾ ਆ, ਉਸ ਜਿਹੜੀ ਤੁਸੀਂ ਘਰ 'ਚ ਕੋਈ ਮਸ਼ੀਨਰੀ ਯੂਜ਼ ਕਰ ਰਹੇ ਹੋ ਉਹਦਾ ਬੈਲੈਂਸ ਵਿਗੜ ਸਕਦਾ। ਇਸੇ ਤਰ੍ਹਾਂ ਮਸੀਹ ਦੇ ਵਿੱਚ ਵੀ ਤੁਹਾਡਾ ਬੈਲੈਂਸ ਵਿਗੜ ਸਕਦਾ ਆ ਜੇ ਤੁਸੀਂ ਬਾਈਬਲ ਦੇ ਅਨੁਸਾਰ ਜੀਵਨ ਨੂੰ ਨਾ ਬਤੀਤ ਕਰੋ। ਇਸ ਕਰਕੇ ਬਾਈਬਲ ਬਿਆਨ ਕਰਦੀ ਜਿਹੜਾ ਜਿੱਤੇਗਾ, ਹੁਣ ਦੌੜ ਹਰੇਕ ਮਨੁੱਖ ਲਾ ਰਿਹਾ ਆ ਲੇਕਿਨ ਜਿੱਤਣ ਵਾਲੇ ਦੇ ਲਈ ਹੀ ਇਨਾਮ ਰੱਖਿਆ ਗਿਆ ਆ, ਠੀਕ ਹੈ ਨਾ। ਜਿਹੜਾ ਨਹੀਂ ਜਿੱਤਦਾ, ਜਿਹੜਾ ਗਲਤੀਆਂ ਤੇ ਗਲਤੀਆਂ ਕਰ ਰਿਹਾ, ਪਰਮੇਸ਼ਵਰ ਨੇ ਇੱਕ ਦਿਨ ਉਹਦੇ ਕੋਲ ਹਿਸਾਬ ਲੈਣਾ, ਕਿਉਂਕਿ ਸਾਡੇ ਯੁੱਗ ਦਾ ਨਬੀ ਕਹਿੰਦਾ ਤੁਸੀਂ ਹਰ ਇੱਕ ਦਿਨ, ਹਰ ਇੱਕ ਘੰਟਾ, ਹਰ ਇੱਕ ਮਿੰਟ ਜੋ ਵੀ ਕੁਝ ਕਰਦੇ ਹੋ ਉਹ ਖੁਦਾ ਦੇ ਕੈਮਰੇ ਦੇ ਵਿੱਚ ਨੋਟ ਹੁੰਦਾ ਆ ਤੇ ਤੁਹਾਨੂੰ ਉਹ ਸਭ ਚੀਜ਼ਾਂ ਦਾ ਹਿਸਾਬ ਦੇਣਾ ਪਵੇਗਾ। ਕਿਉਂਕਿ ਕੋਈ ਵੀ ਮਨੁੱਖ ਖੁਦਾ ਨੂੰ ਧੋਖਾ ਨਹੀਂ ਦੇ ਸਕਦਾ। ਮਨੁੱਖ ਨੂੰ ਧੋਖਾ ਦੇ ਸਕਦਾ ਲੇਕਿਨ ਖੁਦਾ ਨੂੰ ਕੋਈ ਧੋਖਾ ਨਹੀਂ ਦੇ ਸਕਦਾ। ਅਸੀਂ ਕੱਢਾਂਗੇ ਦੂਸਰਾ ਤਿਮੋਥੀਅਸ 2:5। ਦੂਸਰਾ ਤਿਮੋਥੀਅਸ ਪੌਲੁਸ ਰਸੂਲ ਦੀ ਪੱਤਰੀ ਆ, ਦੂਜੀ ਪੱਤਰੀ, ਦੂਜਾ ਤਿਮੋਥੀਅਸ 2:5। ਫਿਰ ਜੇ ਕੋਈ ਅਖਾੜੇ ਵਿੱਚ ਖੇਡੇ ਤਾਂ ਜਦੋਂ ਤੱਕ ਉਹ ਕਾਇਦੇ ਮੁਜਬ ਨਾ ਖੇਡੇ ਉਸ ਨੂੰ ਮੁਕਟ ਨਹੀਂ ਮਿਲਦਾ। ਕਰਸਾਨ ਜਿਹੜਾ ਮਿਹਨਤ ਕਰਦਾ ਹੈ ਪਹਿਲਾਂ ਉਸੇ ਨੂੰ ਫਸਲ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਹੈ, ਠੀਕ ਹੈ ਨਾ। ਬਾਈਬਲ ਸਾਫ਼ ਬਿਆਨ ਕਰ ਰਹੀ ਆ। ਦੂਜਾ ਤਿਮੋਥੀਅਸ 2:5 ਵਿੱਚ ਲਿਖਿਆ ਆ, ਫਿਰ ਜੇ ਕੋਈ ਅਖਾੜੇ ਵਿੱਚ ਖੇਡ ਰਿਹਾ ਆ, ਬਾਈਬਲ 'ਚ ਲਿਖਿਆ ਜੇ ਕੋਈ ਅਖਾੜੇ ਵਿੱਚ ਖੇਡਦਾ ਆ ਤੇ ਉਹ ਰੂਲ ਰੈਗੂਲੇਸ਼ਨ ਦੇ ਨਾਲ ਨਹੀਂ ਖੇਡ ਰਿਹਾ, ਠੀਕ ਹੈ ਨਾ। ਕਾਇਦੇ ਮੁਜਬ ਨਾ ਖੇਡੇ ਤਾਂ ਉਸ ਨੂੰ ਮੁਕਟ ਨਹੀਂ ਮਿਲਦਾ। ਕਾਇਦਾ ਹੁੰਦਾ, ਜੇ ਕੋਈ ਅਖਾੜੇ 'ਚ ਖੇਡਦਾ ਕਾਇਦਾ ਹੁੰਦਾ ਹੈ। ਮਸੀਹ ਲਾਈਨ ਵੀ ਇੱਕ ਅਖਾੜੇ ਦੀ ਤਰ੍ਹਾਂ ਆ। ਜੇ ਤੁਸੀਂ ਖੇਡ ਰਹੇ ਹੋ, ਸ਼ੈਤਾਨ ਨੂੰ ਹਰਾਉਣਾ ਚਾਹੁੰਦੇ ਹੋ, ਤੁਹਾਨੂੰ ਕਾਇਦੇ ਦੇ ਨਾਲ ਖੇਡਣਾ ਪਵੇਗਾ। ਬਾਈਬਲ ਦੇ ਵਿੱਚ ਅਸੀਂ ਵੇਖਦੇ ਆ ਬੜੇ ਲੋਕ ਜਿਹੜੇ ਖੁਦਾ ਨੂੰ ਮੰਨਣ ਵਾਲੇ ਸੀ, ਜਦੋਂ ਉਹ ਕਾਇਦੇ ਦੇ ਵਿੱਚ ਨਹੀਂ ਚੱਲੇ ਤੇ ਉਹ ਕੀ ਹੋਇਆ, ਡਿੱਗ ਪਏ। ਲੇਕਿਨ ਡਿੱਗਿਆ ਹੋਇਆ ਮਨੁੱਖ ਹਾਰਿਆ ਹੋਇਆ ਨਹੀਂ ਹੁੰਦਾ। ਬਾਈਬਲ 'ਚ ਬੜੇ ਲੋਕ ਡਿੱਗੇ ਲੇਕਿਨ ਸਾਰੇ ਹਾਰੇ ਨਹੀਂ। ਡਿੱਗਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਹਾਰ ਗਏ ਹੋ। ਕਈ ਵਾਰ ਸ਼ੈਤਾਨ ਤੁਹਾਨੂੰ ਸਿੱਟਣ ਦੀ ਕੋਸ਼ਿਸ਼ ਕਰਦਾ ਆ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਹਾਰ ਗਏ ਹੋ। ਜੇ ਤੁਸੀਂ ਫਿਰ ਯਹੋਵਾ ਦੇ ਨਾਮ 'ਚ ਖੜੇ ਹੋ ਕੇ ਕਹਿੰਦੇ ਹੋ ਵੀ ਖੁਦਾ ਮੈਨੂੰ ਬਲ ਦੇ, ਮੈਂ ਲੜਾਂਗਾ, ਤੇ ਖੁਦਾਵੰਦ ਫਿਰ ਤੁਹਾਨੂੰ ਖੜਾ ਕਰਦਾ ਆ। ਜੇ ਤੁਸੀਂ ਲੜਦੇ ਹੋ, ਕਾਇਦੇ ਮੁਜਬ ਲੜਦੇ ਹੋ ਤੇ ਤੁਸੀਂ ਜਿੱਤ ਨੂੰ ਪ੍ਰਾਪਤ ਕਰਦੇ ਹੋ, ਦੁਸ਼ਮਣ ਨੂੰ ਹਰਾ ਦਿੰਦੇ ਹੋ ਤੇ ਤੁਹਾਨੂੰ ਮੁਕਟ ਮਿਲਣਾ ਹੀ ਮਿਲਣਾ ਆ। ਕੋਈ ਵੀ ਉਸ ਮੁਕਟ ਨੂੰ ਤੁਹਾਡੇ ਤੋਂ ਲੈ ਨਹੀਂ ਸਕਦਾ, ਉਸ ਅਨੰਤ ਜੀਵਨ ਨੂੰ ਤੁਹਾਡੇ ਤੋਂ ਲੈ ਨਹੀਂ ਸਕਦਾ, ਠੀਕ ਹੈ ਨਾ। ਇਸ ਕਰਕੇ ਜਦੋਂ ਵੀ ਖੇਡਣਾ ਆ ਤੇ ਕਾਇਦੇ ਦੇ ਮੁਜਬ ਖੇਡਣਾ ਆ, ਕਾਇਦੇ ਦੇ ਅਨੁਸਾਰ ਖੇਡਣਾ ਆ। ਹੁਣ ਇਹ ਬਾਈਬਲ ਸਿਖਾਉਂਦੀ ਆ ਵੀ ਉਹ ਕਾਇਦੇ ਨਿਯਮ ਕਿਸ ਤਰ੍ਹਾਂ ਆ, ਠੀਕ ਹੈ ਨਾ। ਇਹ ਬਾਈਬਲ ਸਾਨੂੰ ਸਿਖਾਉਂਦੀ ਹੈ ਸ਼ੈਤਾਨ ਦੇ ਨਾਲ ਜਦੋਂ ਲੜਨਾ ਆ ਤੇ ਕਿਸ ਤਰ੍ਹਾਂ ਲੜਨਾ ਆ। ਸ਼ੈਤਾਨ ਦੇ ਨਾਲ ਤੁਸੀਂ ਫੋਕੀਆਂ ਗੱਲਾਂ ਦੇ ਨਾਲ ਨਹੀਂ ਲੜ ਸਕਦੇ। ਤੁਹਾਨੂੰ ਪ੍ਰਾਰਥਨਾ ਵਿੱਚ ਰਹਿਣਾ ਪਵੇਗਾ, ਤੁਹਾਨੂੰ ਫਾਸਟਿੰਗ ਵਿੱਚ ਰਹਿਣਾ ਪਵੇਗਾ, ਵਚਨ ਦੇ ਅਨੁਸਾਰ ਤੁਹਾਡਾ ਜੀਵਨ ਹੋਵੇਗਾ। ਜਿਸਦਾ ਸੰਤ ਪੌਲੁਸ ਨੇ ਕਿਹਾ, ਮੈਂ ਆਪਣੇ ਸਰੀਰ ਨੂੰ ਰੋਜ਼ ਮਾਰਦਾ ਹਾਂ। ਸੰਤ ਪੌਲੁਸ ਨੂੰ ਖੁਦਾ ਨੇ ਦਰਸ਼ਨ ਦਿੱਤਾ ਸੀ ਲੇਕਿਨ ਫਿਰ ਵੀ ਉਹਨੇ ਕਿਹਾ ਵੀ ਮੈਂ ਆਪਣੇ ਸਰੀਰ ਨੂੰ ਰੋਜ਼ ਮਾਰਦਾ ਹਾਂ। ਕਿਉਂ? ਕਿਉਂਕਿ ਉਹ ਜਾਣਦਾ ਸੀਗਾ, ਉਹ ਬਾਈਬਲ ਦੇ ਵਿੱਚੋਂ ਪੜ੍ਹਦਾ ਸੀ ਵੀ ਸ਼ੈਤਾਨ ਨੂੰ ਹਰਾਉਣਾ ਕਿੱਦਾਂ ਹੈ। ਉਹਨੂੰ ਪਤਾ ਸੀਗਾ ਜੇ ਤੁਸੀਂ ਬਾਈਬਲ ਨਹੀਂ ਪੜੋਗੇ, ਵਚਨ ਦੇ ਅਨੁਸਾਰ ਤੁਹਾਡਾ ਜੀਵਨ ਨਹੀਂ ਹੋਵੇਗਾ, ਤੁਹਾਨੂੰ ਕਦੇ ਨਹੀਂ ਪਤਾ ਲੱਗੇਗਾ ਕਿ ਸ਼ੈਤਾਨ ਕਿਸ ਤਰ੍ਹਾਂ ਹਾਰਦਾ ਹੈ। ਕਿਉਂਕਿ ਸਾਡੀ ਲੜਾਈ ਮਾਂਸ ਅਤੇ ਲਹੂ ਦੇ ਨਾਲ ਨਹੀਂ, ਸਾਡੀ ਲੜਾਈ ਕਿਹਦੇ ਨਾਲ ਆ? ਅੰਧਕੋੜ ਦੇ ਦੁਸ਼ਟ ਆਤਮਿਆਂ ਦੇ ਨਾਲ ਲੜਾਈ ਹੈ। ਤੇ ਅੰਧਕੋੜ ਦੇ ਦੁਸ਼ਟ ਆਤਮਿਆਂ ਦੇ ਨਾਲ ਜੇ ਲੜਨਾ ਆ ਤੇ ਫਿਰ ਤੁਹਾਨੂੰ ਪੂਰੀ ਤਰ੍ਹਾਂ ਟ੍ਰੇਨਿੰਗ ਚਾਹੀਦੀ ਹੈ ਜਿੱਤ ਪ੍ਰਾਪਤ ਕਰਨ ਵਾਸਤੇ, ਕਿਉਂਕਿ ਸ਼ੈਤਾਨ ਕਿਤੇ ਵੀ ਆ ਕੇ ਕਿਸੇ ਮਨੁੱਖ ਨੂੰ ਸਿੱਟ ਸਕਦਾ। ਤੁਸੀਂ ਅੱਜ ਦੇਖੋ ਲੋਕੀ ਦਾਅਵੇ ਕਰਦੇ ਆ, ਭੈਣ ਭਾਈ ਕਈ ਦਾਅਵੇ ਕਰਦੇ ਅਸੀਂ ਬੜੇ ਆਤਮਿਕ ਆ,
ਲੇਕਿਨ ਤੁਸੀਂ ਦੇਖੋ ਅਗਲੇ ਹੀ ਭਲਕ ਕੀ ਹੁੰਦਾ, ਸ਼ੈਤਾਨ ਨੇ ਉਹਨਾਂ ਦੀ ਪੁੱਠੀ ਬਾਜੀ ਮਰਾਈ ਹੁੰਦੀ ਆ, ਉਹ ਡਿਗੇ ਹੁੰਦੇ ਕਿਤੇ ਨਾ ਕਿਤੇ, ਟੁੱਟ ਗਏ ਹੁੰਦੇ ਆ, ਹਾਰ ਗਏ ਹੁੰਦੇ ਆ, ਉਹ ਕਹਿੰਦੇ ਅਸੀਂ ਨਹੀਂ ਚੱਲ ਸਕਦੇ। ਕਿਉਂ? ਕਿਉਂਕਿ ਉਹਨਾਂ ਨੇ ਜਿੱਤਣ ਵਾਲੀ ਜਿਹੜੀ ਪੁਸਤਕ ਨੇ ਸਿਖਾਣਾ ਆ ਵੀ ਜਿੱਤ ਕਿੱਦਾਂ ਪ੍ਰਾਪਤ ਕਰਨੀ ਆ, ਉਸ ਪੁਸਤਕ ਨੂੰ ਉਹ ਕਦੇ ਨਹੀਂ ਪੜ੍ਹਦੇ। ਉਸ ਪੁਸਤਕ ਦਾ ਨਾਮ ਕੀ ਆ? ਪਵਿੱਤਰ ਬਾਈਬਲ। ਤੇ ਪਵਿੱਤਰ ਬਾਈਬਲ ਹੀ ਸਾਨੂੰ ਦੱਸਦੀ ਆ ਸੰਸਾਰ ਦੇ ਪਾਣੀ ਦੇ ਵਿੱਚ ਤੁਸੀਂ ਕਿੱਦਾਂ ਬਚਣਾ ਹੈ। ਇਹ ਬਾਈਬਲ ਨੇ ਦੱਸਣਾ ਹੈ। ਜੇ ਤੁਸੀਂ ਉਸ ਮੈਨੂਅਲ ਨੂੰ ਨਹੀਂ ਪੜ੍ਹਦੇ ਤੇ ਕਦੇ ਵੀ ਤੁਸੀਂ ਜਿੱਤ ਨੂੰ ਪ੍ਰਾਪਤ ਨਹੀਂ ਕਰ ਸਕਦੇ। ਤੇ ਸ਼ੈਤਾਨ ਕਦੇ ਵੀ ਆ ਕੇ ਤੁਹਾਨੂੰ ਸਿੱਟ ਸਕਦਾ ਆ, ਲੇਕਿਨ ਸ਼ੈਤਾਨ ਕਿਹਨਾਂ ਨੂੰ ਨਹੀਂ ਸਿੱਟਦਾ? ਜਿਹੜੇ ਪੂਰੀ ਤਰ੍ਹਾਂ ਵਚਨ ਦੇ ਵਿੱਚ ਚੱਲਦੇ, ਸ਼ੈਤਾਨ ਉਹਨਾਂ ਨੂੰ ਸਿੱਟ ਨਹੀਂ ਸਕਦਾ, ਕਿਉਂਕਿ ਉਹਨਾਂ ਨੇ ਪੂਰੇ ਕਾਇਦੇ ਕਾਨੂੰਨ ਪੜ੍ਹੇ ਹੁੰਦੇ ਵੀ ਕਿਸ ਤਰ੍ਹਾਂ ਸ਼ੈਤਾਨ ਤੋਂ ਬਚਣਾ ਹੈ। ਜਦੋਂ ਯੀਸ਼ੂ ਮਸੀਹ ਦੇ ਅੱਗੇ ਸ਼ੈਤਾਨ ਖੜੇ ਆ ਕੇ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਪੂਰਾ ਸੰਸਾਰ ਦੇ ਦਊਂਗਾ, ਤੂੰ ਇਹਨਾਂ ਪੱਥਰਾਂ ਨੂੰ ਕਹਿ ਰੋਟੀ ਬਣ ਜਾਵੇ, ਤੇ ਪ੍ਰਭੂ ਯੀਸ਼ੂ ਮਸੀਹ ਵਚਨ ਸੀਗਾ, ਉਹਨੇ ਵਚਨ ਦੇ ਅਨੁਸਾਰ ਹੀ ਸ਼ੈਤਾਨ ਨੂੰ ਹਰਾਇਆ, ਕਿਉਂਕਿ ਸ਼ੈਤਾਨ ਵੀ ਵਚਨ ਹੀ ਬੋਲ ਰਿਹਾ ਸੀ ਆ ਕੇ ਵੀ ਤੂੰ ਪਰਮੇਸ਼ਵਰ ਦਾ ਪੁੱਤਰ ਆ, ਤੂੰ ਇਹਨਾਂ ਪੱਥਰਾਂ ਨੂੰ ਕਹਿ ਰੋਟੀ ਬਣ ਜਾਵੇ, ਤੂੰ ਉੱਪਰੋਂ ਛਾਲ ਮਾਰ ਦੇ ਉਹ ਤੈਨੂੰ ਬਚਾ ਲੈਣਗੇ, ਤੇਰੇ ਪੈਰ ਨੂੰ ਸੱਟ ਨਹੀਂ ਲੱਗੇਗੀ। ਲੇਕਿਨ ਯੀਸ਼ੂ ਮਸੀਹ ਨੇ ਕਿਹਾ ਹੇ ਸ਼ੈਤਾਨ ਮੇਰੇ ਤੋਂ ਪਿੱਛੇ ਹਟ, ਕਿਉਂਕਿ ਜਦੋਂ ਵਚਨ ਅੰਦਰ ਹੋਵੇ ਤੇ ਸ਼ੈਤਾਨ ਦੀ ਕੋਈ ਸ਼ਕਤੀ ਤੁਹਾਡੇ ਅੱਗੇ ਖੜ ਨਹੀਂ ਸਕਦੀ। ਯੀਸ਼ੂ ਮਸੀਹ ਵਚਨ ਸੀ, ਜਦੋਂ ਉਹਦੇ ਅੰਦਰੋਂ ਵਚਨ ਨਿਕਲਿਆ, ਵਚਨ ਦੇ ਅੰਦਰੋਂ ਦੇਹਧਾਰੀ ਵਚਨ ਦੇ ਅੰਦਰੋਂ ਜਦੋਂ ਵਚਨ ਨਿਕਲਿਆ ਤੇ ਸ਼ੈਤਾਨ ਉਸ ਥਾਨ ਦੇ ਵਿੱਚ ਉਹਨੂੰ ਛੱਡ ਕੇ ਚਲਾ ਗਿਆ। ਤੇ ਬਾਈਬਲ ਬਿਆਨ ਕਰਦੀ ਆ ਸਵਰਗ ਦੂਤ ਆ ਕੇ ਉਹਦੀ ਸੇਵਾ ਟਹਿਲ ਕਰਨ ਲੱਗ ਪਏ। ਲੇਕਿਨ ਵਚਨ ਅੰਦਰ ਹੋਣਾ ਬਹੁਤ ਜ਼ਰੂਰੀ ਆ, ਠੀਕ ਹੈ ਨਾ। ਬਾਈਬਲ ਪੜੋਗੇ ਜਾਂ ਉਹਦੇ ਅਨੁਸਾਰ ਜੀਵਨ ਬਤੀਤ ਕਰੋਗੇ ਤਾਂ ਹੀ ਖੁਦਾ ਤੁਹਾਡੇ ਜੀਵਨਾਂ ਦੇ ਵਿੱਚ ਕੰਮ ਕਰੇਗਾ। ਹੁਣ ਅਸੀਂ ਵੇਖਦੇ ਹਾਂ ਇਬਰਾਹਿਮ ਵਾਰ ਅਸੀਂ ਵੇਖਦੇ ਹਾਂ, ਇਬਰਾਹਿਮ ਨੂੰ ਖੁਦਾ ਨੇ ਕਿਹਾ ਸੀ ਮੈਂ ਤੈਨੂੰ ਪੁੱਤਰ ਦਵਾਂਗਾ, ਲੇਕਿਨ ਜਦੋਂ 25 ਸਾਲ ਬਾਅਦ ਵਾਅਦੇ ਦੀ ਸੰਤਾਨ ਇਸਹਾਕ ਉਹਨੂੰ ਦਿੱਤਾ ਗਿਆ ਤੇ ਕੀ ਹੋਇਆ? ਖੁਦਾਵੰਦ ਨੇ ਉਹਦੀ ਪਰਖ ਕੀਤੀ, ਲੇਕਿਨ ਕੀ ਹੋਇਆ ਕਿ ਇਬਰਾਹਿਮ ਪਰਖ ਦੇ ਵਿੱਚੋਂ ਫੇਲ ਹੋਇਆ? ਨਹੀਂ, ਇਬਰਾਹਿਮ ਨੇ ਕਿਹਾ ਮੈਂ ਇਸ ਦੀ ਬਲੀ ਦਵਾਂਗਾ, ਤੇ ਉਹ 3 ਦਿਨ ਦਾ ਸਫ਼ਰ ਕਰਕੇ ਆਪਣੇ ਨੌਕਰਾਂ ਦੇ ਨਾਲ ਇਸਹਾਕ ਦੀ ਬਲੀ ਦੇਣ ਜਾ ਰਿਹਾ ਆ। ਤੇ ਇਸਹਾਕ ਕੀ ਕਹਿੰਦਾ ਆਪਣੇ ਪਿਤਾ ਨੂੰ, ਇਬਰਾਹਿਮ ਨੂੰ ਕਹਿੰਦਾ ਪਿਤਾ ਜੀ ਲੱਕੜਾਂ ਹਨ, ਸਭ ਕੁਝ ਹੈ, ਲੇਕਿਨ ਬਲੀ ਕਿੱਥੇ ਆ? ਉਹ ਕਹਿੰਦਾ ਉਹ ਬਲੀ ਦਾ ਆਪੇ ਹੀ ਮੁਹੱਈਆ ਕਰਾਊਗਾ, ਕਿਉਂਕਿ ਇਸਹਾਕ ਨੂੰ ਪਤਾ ਹੀ ਨਹੀਂ ਸੀਗਾ ਕਿ ਮੇਰਾ ਪਿਤਾ ਮੇਰੀ ਬਲੀ ਦੇਣ ਜਾ ਰਿਹਾ। ਲੇਕਿਨ ਤੁਸੀਂ ਦੇਖੋ ਖੁਦਾ ਨੇ ਆਪਣੇ ਬੰਦੇ ਨੂੰ ਪਰਖਣ ਦੇ ਲਈ ਇਸ ਤਰ੍ਹਾਂ ਕੀਤਾ, ਕਿਉਂਕਿ ਜਿਹੜਾ ਇਬਰਾਹਿਮ ਸੀ ਉਹ ਪੂਰੀ ਤਰ੍ਹਾਂ ਖੁਦਾ ਦੇ ਉੱਪਰ ਨਿਰਭਰ ਸੀਗਾ। ਜਦੋਂ ਤੁਸੀਂ ਵੀ ਪੂਰੀ ਤਰ੍ਹਾਂ ਖੁਦਾ ਦੇ ਉੱਪਰ ਨਿਰਭਰ ਹੋਵੋਗੇ, ਚਾਹੇ ਤੁਹਾਨੂੰ ਕਿਸੇ ਪਰਖ 'ਚ ਨਿਕਲਣਾ ਪਵੇ ਤਾਂ ਵੀ ਖੁਦਾਵੰਦ ਤੁਹਾਡੇ ਨਾਲ ਰਹੇਗਾ। ਕੋਈ ਵੀ ਵੈਰੀ ਦੀ ਸ਼ਕਤੀ ਤੁਹਾਡੇ ਜੀਵਨ ਦੇ ਵਿੱਚ ਫਿਰ ਕੀ ਆ ਕੰਮ ਨਹੀਂ ਕਰ ਸਕੇਗੀ। ਲੇਕਿਨ ਤੁਹਾਨੂੰ ਖੇਡਣਾ ਅਖਾੜੇ ਦੇ ਵਿੱਚ ਕਾਦੇ ਤਰ੍ਹਾਂ ਪਵੇਗਾ? ਪੂਰੇ ਰੂਲ ਰੈਗੂਲੇਸ਼ਨ ਦੇ ਨਾਲ ਤੁਹਾਨੂੰ ਖੇਡਣਾ ਪਵੇਗਾ। ਜੇ ਤੁਸੀਂ ਪੂਰੇ ਰੂਲ ਰੈਗੂਲੇਸ਼ਨ ਦੇ ਨਾਲ ਨਹੀਂ ਖੇਡਦੇ ਤੇ ਸ਼ੈਤਾਨ ਤੁਹਾਨੂੰ ਸਿੱਟ ਸਕਦਾ ਹੈ, ਕਿਤੇ ਵੀ ਤੁਹਾਨੂੰ ਸਿੱਟ ਸਕਦਾ ਹੈ, ਠੀਕ ਹੈ ਨਾ। ਹੁਣ ਅਸੀਂ ਬਾਈਬਲ 'ਚ ਪੜ੍ਹਦੇ ਹਾਂ ਅਲੀਸ਼ਾ ਬਾਰੇ ਅਸੀਂ ਪੜ੍ਹਦੇ ਹਾਂ। ਅਲੀਸ਼ਾ ਅਸੀਂ ਕੱਢਾਂਗੇ ਦੂਜਾ ਰਾਜਾ 5 ਦੇ ਆਏ, ਦੂਜਾ ਰਾਜਾ 5 ਦੇ ਆਏ। ਪੰਜ ਦੀ 25 ਤੋਂ ਕੱਢ ਲਾਂਗੇ ਟਾਈਮ ਬਚਾਉਣ ਦੇ ਲਈ। ਅਸੀਂ ਪੜ੍ਹ ਰਹੇ ਹਾਂ ਨਮਾਨ ਕੋੜੀ ਬਾਰੇ, ਵੀ ਨਮਾਨ ਕੋੜੀ ਦਾ ਕੋੜ ਗਿਹਾਜੀ ਨੂੰ ਕਿਉਂ ਲੱਗਿਆ ਸੀਗਾ, ਉਹਨੂੰ ਕਿਉਂ ਲੱਗਿਆ। ਦੂਜਾ ਰਾਜਾ 5 ਦੀ 25 ਚੋਂ ਅਸੀਂ ਪੜ੍ਹ ਲਾਂਗੇ ਟਾਈਮ ਬਚਾਉਣ ਦੇ ਲਈ। ਜਦੋਂ ਅੰਦਰ ਆ ਕੇ ਆਪਣੇ ਸਵਾਮੀ ਦੇ ਅੱਗੇ ਖਲੋਤਾ ਤਾਂ ਅਲੀਸ਼ਾ ਨੇ ਉਸ ਨੂੰ ਆਖਿਆ ਗਿਹਾਜੀ ਤੂੰ ਕਿੱਥੋਂ ਆ ਰਿਹਾ ਹੈ? ਉਹ ਬੋਲਿਆ ਤੇਰਾ ਬਾਲਕਾ ਇੱਧਰ ਉੱਧਰ ਕਿਤੇ ਨਹੀਂ ਗਿਆ। ਕਹਿੰਦਾ ਤੇਰਾ ਬਾਲਕਾ ਇੱਧਰ ਉੱਧਰ ਕਿਤੇ ਨਹੀਂ ਗਿਆ। ਤਦ ਉਸਨੇ ਆਖਿਆ ਜਦ ਉਹ ਮਨੁੱਖ ਤੈਨੂੰ ਮਿਲਣ ਲਈ ਆਪਣੇ ਰਥ ਉੱਤੋਂ ਮੁੜ ਆਇਆ ਤਾਂ ਕੀ ਮੇਰਾ ਮਨ ਤੇਰੇ ਨਾਲ ਨਹੀਂ ਸੀ? ਕੀ ਚਾਂਦੀ ਲੈਣ ਅਤੇ ਵਸਤਰ ਤੇ ਜੈਤੂਨ ਦੇ ਬਾਗਾਂ ਅਤੇ ਅੰਗੂਰੀ ਬਾਗਾਂ ਅਤੇ ਇਜੜਾਂ ਦੇ ਬੱਗਾਂ ਤੇ ਗੋਲੇ ਤੇ ਗੋਲੀਆਂ ਦਾ ਲੈਣ ਦਾ ਇਹੋ ਹੀ ਵੇਲਾ ਹੈ? ਉਹ ਕਹਿੰਦਾ ਇਹੋ ਹੀ ਵੇਲਾ ਸੀਗਾ। ਇਸ ਲਈ ਨਮਾਨ ਦਾ ਕੋੜ ਤੈਨੂੰ ਤੇ ਤੇਰੀ ਅੰਸ਼ ਨੂੰ ਸਦਾ ਤੀਕ ਲੱਗਾ ਰਹੇਗਾ ਅਤੇ ਉਹ ਬਰਫ਼ ਵਰਗਾ ਚਿੱਟਾ ਕੋੜੀ ਹੋ ਕੇ ਉਸਦੇ ਅੱਗਿਓਂ ਚਲਾ ਗਿਆ। ਹੁਣ ਇਹਦਾ ਕੋੜ ਕਿਹਨੂੰ ਲੱਗਿਆ? ਬਾਈਬਲ ਬਿਆਨ ਕਰਦੀ ਆ ਉਹਦੀ ਅੰਸ਼ ਨੂੰ ਸਦਾ ਤੀਕ ਲੱਗਿਆ ਰਿਹਾ, ਠੀਕ ਹੈ ਨਾ।
ਉਹਦੇ ਗੁਨਾਹ ਪਾਪਾਂ ਦੇ ਕਰਕੇ ਉਹਦੇ ਬੱਚਿਆਂ ਦੇ ਉੱਪਰ ਵੀ ਸ਼ਰਾਪ ਆ ਗਿਆ। ਹਾਲਾਂਕਿ ਉਹਦੇ ਬੱਚਿਆਂ ਨੇ ਕੋਈ ਪਾਪ ਨਹੀਂ ਸੀ ਕੀਤਾ, ਠੀਕ ਹੈ, ਲੇਕਿਨ ਉਹਦੇ ਬੱਚਿਆਂ ਦੇ ਉੱਪਰ, ਕਿਉਂਕਿ ਇਹਨੇ ਕੀ ਕੀਤਾ ਸੀਗਾ, ਨਮਾਨ ਜਿਹੜਾ ਇੱਕ ਕੋਹੜੀ ਸੀਗਾ, ਜਦੋਂ ਉਹ ਨਬੀ ਦੇ ਕੋਲ ਆਂਦਾ ਆ, ਅਲੀਸ਼ਾ ਦੇ ਕੋਲ ਆਂਦਾ ਆ, ਤੇ ਅਲੀਸ਼ਾ ਉਹਨੂੰ ਕਹਿੰਦਾ ਤੂੰ 7 ਚੁੰਬੀਆਂ ਮਾਰਨੀਆਂ ਆ। ਜਦੋਂ ਉਹਨੇ 7 ਚੁੰਬੀਆਂ ਮਾਰੀਆਂ, ਉਹ ਚੰਗਾ ਹੋ ਕੇ ਚਲਾ ਗਿਆ, ਤੇ ਉਹ ਆਂਦਾ ਆ ਨਬੀ ਦੇ ਕੋਲ, ਨਬੀ ਨੂੰ ਆ ਕੇ ਕਹਿੰਦਾ ਅਲੀਸ਼ਾ ਨੂੰ, ਮੈਂ ਤੈਨੂੰ ਕੁਝ ਭੇਟ ਦੇਣੀ ਆ, ਲੇਕਿਨ ਅਲੀਸ਼ਾ ਉਸ ਭੇਟ ਨੂੰ ਲੈਣ ਤੋਂ ਇਨਕਾਰ ਕਰ ਦਿੰਦਾ ਆ। ਲੇਕਿਨ ਇਹਦਾ ਜਿਹੜਾ ਨੌਕਰ ਹੁੰਦਾ ਅਲੀਸ਼ਾ ਦਾ, ਇਹ ਪਿੱਛੇ ਭੱਜਦਾ ਆ, ਆਪਣੇ ਮਾਲਕ ਨੂੰ ਪੁੱਛੇ ਬਿਨਾ, ਆਪਣੇ ਨਬੀ ਨੂੰ ਪੁੱਛੇ ਬਿਨਾ ਸੰਸਾਰ ਦੇ ਵਿੱਚ ਚਲਾ ਜਾਂਦਾ ਆ। ਅੱਜ ਵੀ ਬਹੁਤ ਲੋਕ ਆਪਣੇ ਸੇਵਕ ਨੂੰ ਪੁੱਛੇ ਬਿਨਾ, ਆਪਣੇ ਨਬੀ ਨੂੰ ਪੁੱਛੇ ਬਿਨਾ ਸੰਸਾਰ ਦੇ ਵਿੱਚ ਚਲੇ ਜਾਂਦੇ ਆ। ਤਾਂ ਕਹਿੰਦੇ ਸੰਸਾਰ ਦਾ ਸਵਾਦ ਚੱਕ ਕੇ ਤਾਂ ਆਈਏ ਮਾੜਾ ਜਿਹਾ। ਤੇ ਇਹਦੇ ਮਾਲਕ ਨੇ ਮਨਾ ਕੀਤਾ ਸੀਗਾ ਵੀ ਮੈਂ ਕੁਝ ਨਹੀਂ ਲੈਣਾ। ਤੇ ਕੀ ਹੁੰਦਾ, ਜਦੋਂ ਨਮਾਨ ਕੋੜੀ ਉਹ ਸਾਰਾ ਧਨ ਦੌਲਤ ਆਪਣੇ ਘਰ ਦੇ ਵਿੱਚ ਲੁਕੋ ਕੇ ਆਂਦਾ, ਤੇ ਆਪਣੇ ਮਾਲਕ ਨੂੰ ਆ ਕੇ ਕਹਿੰਦਾ ਆ, ਆਪਣੇ ਨਬੀ ਨੂੰ ਆ ਕੇ ਕਹਿੰਦਾ ਆ, ਤੇਰਾ ਬਾਲਕਾ ਇੱਧਰ ਉੱਧਰ ਕਿਤੇ ਨਹੀਂ ਗਿਆ। ਲੇਕਿਨ ਨਬੀ ਕੀ ਕਹਿੰਦਾ, ਨਬੀ ਕਹਿੰਦਾ ਆ, ਕਹਿੰਦਾ ਕੀ ਮੇਰਾ ਮਨ ਤੇਰੇ ਨਾਲ ਨਹੀਂ ਸੀ ਜਦੋਂ ਨਮਾਨ ਕੋੜੀ ਰੱਥ ਤੋਂ ਉੱਤਰ ਕੇ ਤੈਨੂੰ ਚੀਜ਼ਾਂ ਦੇ ਰਿਹਾ ਸੀਗਾ। ਹੁਣ ਇੱਥੇ ਕੀ ਹੋਇਆ, ਗੇਹਾਜੀ ਜਿਹੜਾ ਨਬੀ ਦਾ ਚੇਲਾ ਸੀਗਾ, ਉਹ ਵੀ ਇੱਕ ਵਧੀਆ ਸਥਾਨ ਪ੍ਰਾਪਤ ਕਰ ਸਕਦਾ ਸੀਗਾ, ਜਿੱਦਾਂ ਏਲੀਆ ਦੀ ਜਗ੍ਹਾ ਤੇ ਅਲੀਸ਼ਾ ਆ ਗਿਆ ਸੀਗਾ, ਠੀਕ ਹੈ ਨਾ, ਉਹਦੇ ਦੋਹਰੇ ਮਸੇ ਦੇ ਦੋਹਰਾ ਮਸਾ ਲੈ ਕੇ। ਇਸੇ ਤਰ੍ਹਾਂ ਇਹ ਵੀ ਕੁਝ ਆਤਮਿਕ ਚੀਜ਼ਾਂ ਲੈ ਸਕਦਾ ਸੀਗਾ, ਆਤਮਿਕ ਵਰਦਾਨ ਲੈ ਸਕਦਾ ਸੀ, ਲੇਕਿਨ ਇਹਨੇ ਕੀ ਕੀਤਾ, ਆਪਣੇ ਨਬੀ ਦੀ ਅਣਆਗਿਆਕਾਰੀ ਕੀਤੀ ਤੇ ਸੰਸਾਰ ਦੇ ਪਾਣੀ ਵਿੱਚ ਚਲਾ ਗਿਆ। ਤੇ ਨਬੀ ਨੇ ਕੀ ਕਿਹਾ, ਨਬੀ ਨੇ ਕਿਹਾ ਨਮਾਨ ਦਾ ਕੋੜ ਤੈਨੂੰ ਤੇ ਤੇਰੀ ਅੰਸ਼ ਨੂੰ ਸਦਾ ਤੀਕ ਲੱਗਿਆ ਰਵੇ। ਹੁਣ ਖੇਡਤਾ ਵੀ ਰਿਹਾ ਸੀਗਾ ਮੈਦਾਨ ਦੇ ਵਿੱਚ, ਨਬੀ ਦਾ ਚੇਲਾ ਸੀਗਾ, ਇਹ ਮੈਦਾਨ 'ਚ ਖੇਡ ਰਿਹਾ ਸੀਗਾ, ਲੇਕਿਨ ਖੇਡਣਾ ਨਹੀਂ ਆਇਆ। ਖੇਲਦਾ ਖੇਲਦਾ ਕਿੱਥੇ ਚਲਾ ਗਿਆ, ਇੱਕ ਸ਼ੁੱਧ ਕੀਤੇ ਹੋਏ ਕੋੜੀ ਦੇ ਪਿੱਛੇ ਚਲਾ ਗਿਆ, ਤੇ ਕੀ ਹੋਇਆ, ਉਹਦਾ ਕੋੜ ਆਪਣੇ ਨਾਲ ਲੈ ਕੇ ਆ ਗਿਆ। ਇਸ ਕਰਕੇ ਕਈ ਲੋਕ ਮਸੀਹ ਜੀਵਨ ਤਾਂ ਜਿਉਂਦੇ ਆ, ਲੇਕਿਨ ਜਦੋਂ ਧਨ ਦੌਲਤ ਪੈਸਾ ਜਾਂ ਸੰਸਾਰਿਕ ਜਦੋਂ ਵੇਖਦੇ ਆ, ਉਹ ਬਾਈਬਲ ਦੇ ਵਚਨਾਂ ਨੂੰ ਭੁੱਲ ਜਾਂਦੇ ਆ। ਕੀ ਅੱਜ ਇਸੇ ਤਰ੍ਹਾਂ ਨਹੀਂ? ਅੱਜ ਬੜੇ ਲੋਕ ਨੇ ਜਿਹੜੇ ਮਸੀਹ ਹੋਣ ਦਾ ਦਾਵਾ ਕਰਦੇ ਆ, ਤੇ ਪੁੱਠੇ ਸਿੱਧੇ ਜੋ ਵੀ ਤਿਉਹਾਰ ਨੇ ਉਹ ਮਨਾਉਂਦੇ ਆ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਪੈਸੇ ਦੇ ਲਈ, ਵੀ ਸਾਨੂੰ ਵੀ ਕੁਝ ਮਿਲ ਜਾਵੇਗਾ, ਠੀਕ ਹੈ ਨਾ। ਤੇ ਬਾਅਦ ਚ ਕੀ ਹੁੰਦਾ ਆ, ਉਹ ਕੋੜ ਨੂੰ ਆਪਣੇ ਉੱਪਰ ਲੈ ਲੈਂਦੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਨਾਂ ਦੇ ਜੀਵਨ ਨੂੰ ਕੋੜ ਲੱਗ ਗਿਆ ਹੈ। ਜੇ ਤੁਸੀਂ ਵਚਨ ਤੋਂ ਬਾਹਰ ਕੋਈ ਕੰਮ ਕਰਦੇ ਹੋ ਤੇ ਤੁਹਾਡਾ ਜੀਵਨ ਕੋੜੀ ਹੋ ਜਾਂਦਾ ਹੈ। ਬਾਈਬਲ ਇਸੇ ਹੀ ਤਰ੍ਹਾਂ ਬਿਆਨ ਕਰਦੀ ਆ, ਤੁਹਾਡਾ ਜੀਵਨ ਕੀ ਹੋ ਜਾਂਦਾ ਆ, ਕੋੜੀ, ਜਦੋਂ ਵਚਨ ਤੋਂ ਬਾਹਰ ਤੁਸੀਂ ਕੋਈ ਕੰਮ ਕਰਦੇ ਆ। ਤੇ ਉਹ ਕੋੜ ਕੀ ਕਰਦਾ ਆ, ਉਹ ਕੋੜ ਕਈਆਂ ਨੂੰ ਇਨਫੈਕਟਡ ਕਰ ਦਿੰਦਾ ਹੈ, ਕਿਉਂਕਿ ਜਿਹੜਾ ਉਸ ਕੋੜੀ ਬੰਦੇ ਦੇ ਨਾਲ ਰਹੇਗਾ ਉਹ ਵੀ ਇਨਫੈਕਟਡ ਹੋ ਜਾਂਦਾ ਹੈ, ਠੀਕ ਹੈ ਨਾ। ਇਸੇ ਤਰ੍ਹਾਂ ਉਹਨੇ ਕਿਹਾ ਤੇਰਾ ਕੋੜ ਤੇਰੀ ਅੰਸ਼ ਨੂੰ ਵੀ ਲੱਗਿਆ ਰਹੇਗਾ। ਉਹਨੇ ਗੇਹਾਜੀ ਨੂੰ ਕਿਹਾ, ਨਬੀ ਨੇ, ਅਲੀਸ਼ਾ ਨਬੀ ਨੇ ਕਿਹਾ, ਠੀਕ ਹੈ ਨਾ, ਕਿਉਂਕਿ ਅਲੀਸ਼ਾ ਨੂੰ ਖੇਡਣਾ ਹੀ ਨਹੀਂ ਆਇਆ ਵੀ ਮੇਰੇ ਮਾਲਕ ਨੇ ਜਦੋਂ ਉਹ ਚੀਜ਼ਾਂ ਨਹੀਂ ਲਈਆਂ, ਉਹ ਧਨ ਦੌਲਤ ਨਹੀਂ ਲਿਆ, ਉਹ ਵਸਤਰ ਨਹੀਂ ਲਏ, ਤੇ ਮੈਨੂੰ ਵੀ ਨਹੀਂ ਲੈਣੇ ਚਾਹੀਦੇ। ਜਾਂ ਆਪਣੇ ਮਾਲਕ ਨੂੰ ਪੁੱਛਦਾ, ਆਪਣੇ ਨਬੀ ਨੂੰ ਪੁੱਛਦਾ ਵੀ ਕੀ ਇਹ ਯੋਗ ਆ, ਲੇਕਿਨ ਉਹਨੇ ਜਦੋਂ ਵਚਨ ਤੋਂ ਬਾਹਰ ਕੰਮ ਕੀਤਾ ਤੇ ਉਹਦੇ ਉੱਪਰ ਕੀ ਆ ਗਿਆ, ਕੋੜ ਆ ਗਿਆ। ਇਸੇ ਤਰ੍ਹਾਂ ਜਦੋਂ ਅੱਜ ਮਸੀਹ ਭੈਣ ਭਾਈ ਵਚਨ ਤੋਂ ਬਾਹਰ ਕੰਮ ਕਰਦੇ ਆ ਤੇ ਆਪਣੇ ਉੱਪਰ ਕੋੜ ਲੈ ਕੇ ਆਉਂਦੇ, ਉਹਨਾਂ ਦੇ ਬਿਜ਼ਨਸ ਦੇ ਉੱਪਰ ਕੋੜ ਪੈ ਜਾਂਦਾ ਹੈ, ਉਹਨਾਂ ਦੇ ਜੀਵਨਾਂ ਦੇ ਵਿੱਚ ਕੋੜ ਪੈ ਜਾਂਦਾ, ਹਰੇਕ ਚੀਜ਼ ਦੇ ਵਿੱਚ ਕੀ ਪੈਂਦਾ, ਕੋੜ ਪੈ ਜਾਂਦਾ ਆ। ਤੇ ਫਿਰ ਕਹਿੰਦੇ ਅਸੀਂ ਤਾਂ ਮਸੀਹ ਹਾਂ। ਜੇ ਤੁਸੀਂ ਮਸੀਹ ਹੋ ਤੇ ਤੁਹਾਡੇ ਜੀਵਨ ਦੇ ਅੰਦਰੋਂ ਮਸੀਹ ਦਾ ਆਤਮਾ ਫਲ ਕਿਉਂ ਨਹੀਂ ਪ੍ਰਗਟ ਕਰਦਾ? ਫਲ ਕੀ ਆ? ਫਲ ਇਹੀ ਹੁੰਦਾ ਆ, ਜੇ ਤੁਸੀਂ ਮਸੀਹ ਦੇ ਵਚਨ ਦੇ ਵਿੱਚੋਂ ਤੁਸੀਂ ਦੂਜਿਆਂ ਨੂੰ ਵੀ ਸਮੇਂ ਦਾ ਸੰਦੇਸ਼ ਪ੍ਰਚਾਰ ਕਰੋਗੇ, ਇਹੀ ਫਲ ਹੁੰਦਾ ਵੀ ਤੁਹਾਡਾ ਇਹੀ ਫਲ ਆ। ਜੇ ਤੁਸੀਂ ਬਚੇ ਹੋ, ਤੁਸੀਂ ਹੋਰਨਾਂ ਨੂੰ ਵੀ ਬਚਾਓਗੇ। ਤੁਸੀਂ ਠੰਡੇ ਹੋ ਕੇ ਨਹੀਂ ਬਹਿ ਜਾਓਗੇ ਵੀ ਮੈਂ ਬਚ ਗਿਆ, ਮੈਨੂੰ ਕੀ ਲੋੜ ਆ ਦੂਜੇ ਨੂੰ ਬਚਾਉਣ ਦੀ। ਇਹ ਫਲ ਨਹੀਂ ਹੁੰਦਾ। ਫਲ ਇਹ ਹੁੰਦਾ ਜੇ ਤੁਸੀਂ ਆਪ ਬਚੇ ਹੋ, ਤੁਸੀਂ ਦੂਜੇ ਨੂੰ ਵੀ ਜਾ ਕੇ ਕਹੋਗੇ ਤੇਰੇ ਮੂੰਹ ਤੇ ਕਾਲਕ ਲੱਗੀ ਹੈ, ਉਹਨੂੰ ਸਾਫ਼ ਕਰ, ਸ਼ੀਸ਼ਾ ਵੇਖ। ਤੇ ਸ਼ੀਸ਼ਾ ਕੀ ਆ? ਸ਼ੀਸ਼ਾ ਖੁਦਾ ਦਾ ਬਚਨ ਆ, ਸ਼ੀਸ਼ਾ ਬਾਈਬਲ ਆ। ਜਦੋਂ ਕੋਈ ਬਾਈਬਲ ਪੜ੍ਹਦਾ ਆ ਤੇ ਬਾਈਬਲ ਜੀਵਨ ਜੀਣਾ ਸਿਖਾਉਂਦੀ ਹੈ, ਠੀਕ ਹੈ ਨਾ। ਇਸ ਕਰਕੇ ਜਦੋਂ ਵੀ
ਦੌੜਨਾ ਆ ਮਸੀਹ ਲਾਈਨ ਦੇ ਵਿੱਚ ਬੜੇ ਤਰੀਕੇ ਨਾਲ ਦੌੜਨਾ। ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਹਨਨਿਆ ਅਤੇ ਸ਼ਫੀਰਾ ਰਸੂਲਾਂ ਦੇ ਕਰਤੱਵ 5 ਅਧਿਆਏ ਦੇ ਵਿੱਚ ਹਨਨਿਆ ਤੇ ਸ਼ਫੀਰਾ ਵੀ ਦੌੜ ਰਹੇ ਸੀਗੇ, ਬੜੇ ਦਾਨੀ ਬਣ ਕੇ ਦੌੜ ਰਹੇ ਸੀਗੇ। ਲੇਕਿਨ ਜਦੋਂ ਖੁਦਾ ਦਾ ਸੇਵਕ ਪਤਰਸ ਸਾਹਮਣੇ ਆਇਆ, ਉਹ ਕਹਿੰਦਾ ਤੁਸੀਂ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਿਆ। ਦਾਨ ਤਾਂ ਦੇ ਰਹੇ ਸੀਗੇ ਲੇਕਿਨ ਬੱਜ ਚੜਾ ਰਹੇ ਸੀ। ਖੁਦਾਵੰਦ ਕਦੇ ਬੱਜ ਨਹੀਂ ਲੈਂਦਾ, ਉਹ ਬੱਜ ਜੀਵਨ ਨੂੰ ਵੀ ਇਸਤੇਮਾਲ ਨਹੀਂ ਕਰਦਾ। ਅਜੇ ਲੋਕ ਕਹਿੰਦੇ ਸਾਡਾ ਜੀਵਨ ਖੁਦਾ ਨੂੰ ਸਮਰਪਿਤ ਆ। ਖੁਦਾਵੰਦ ਬੱਜ ਚੀਜ਼ ਨੂੰ ਸਮਰਪਣ ਵਿੱਚ ਨਹੀਂ ਲੈਂਦਾ। ਬੱਜ ਚੀਜ਼ ਤੁਸੀਂ ਖੁਦਾ ਨੂੰ ਚੜਾ ਨਹੀਂ ਸਕਦੇ, ਕਿਉਂਕਿ ਖੁਦਾਵੰਦ ਕਦੇ ਵੀ ਬੱਜ ਨੂੰ ਐਕਸੈਪਟ ਨਹੀਂ ਕਰਦਾ। ਇਹ ਖੁਦਾ ਦਾ ਰੂਲ ਆ। ਜੇ ਤੁਹਾਡਾ ਜੀਵਨ ਵੀ ਬੱਜ ਆ, ਇਹ ਤੁਹਾਡਾ ਜੀਵਨ ਕੋੜੀ ਆ, ਉਹ ਕਦੇ ਵੀ ਤੁਹਾਨੂੰ ਐਕਸੈਪਟ ਨਹੀਂ ਕਰੇਗਾ। ਇਸੇ ਤਰ੍ਹਾਂ ਹਨਨਿਆ ਅਤੇ ਸ਼ਫੀਰਾ ਖੁਦਾ ਨੂੰ ਬੱਜ ਚੜਾ ਰਹੇ ਸੀ। ਪਤਰਸ ਨੂੰ, ਉਹਦੇ ਸੇਵਕ ਨੂੰ, ਜਿਹੜਾ ਕਿ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਸੀ, ਉਹਨੂੰ ਕਹਿ ਰਹੇ ਸੀਗੇ ਵੀ ਤੂੰ ਸਾਡੇ ਕੋਲ ਦਾਨ ਲੈ ਲਾ। ਉਹ ਕਹਿੰਦਾ ਕੀ ਤੁਸੀਂ ਉਸ ਖੇਤ ਵਿੱਚੋਂ ਆਹੀ ਰੱਖ ਛੱਡਿਆ? ਜਦੋਂ ਤੱਕ ਤੁਹਾਡੇ ਕੋਲ ਸੀ ਤੁਹਾਡਾ ਨਾ ਰਿਹਾ ਵੀ ਤੁਸੀਂ ਪਵਿੱਤਰ ਆਤਮਾ ਨਾਲ ਝੂਠ ਬੋਲੋ। ਤੇ ਉਸੇ ਘੜੀ ਹਨਨਿਆ ਤੇ ਸ਼ਫੀਰਾ ਮਾਰੇ ਗਏ। ਖੇਡਣਾ ਨੂੰ ਉਹਨਾਂ ਦੇ ਵਿੱਚ ਆਇਆ, ਉਹ ਵੀ ਖੇਲ ਖੇਡ ਰਹੇ ਸੀ ਇੱਕ, ਲੇਕਿਨ ਕੀ ਹੋਇਆ? ਹਾਰ ਗਏ, ਡਿੱਗ ਗਏ, ਮਾਰੇ ਗਏ। ਕਿਹਦੇ ਦੁਆਰਾ? ਪਤਰਸ ਦੇ ਦੁਆਰਾ। ਕਿਉਂਕਿ ਜੇ ਤੁਸੀਂ ਖੇਡਣਾ ਨਹੀਂ ਤੁਹਾਨੂੰ ਆਣਾ, ਜੇ ਤੁਸੀਂ ਮਸੀਹ ਲਾਈਨ ਦੀ ਸਹੀ ਜੀਵਨ ਨਹੀਂ ਬਤੀਤ ਕਰ ਰਹੇ, ਤਾਂ ਕਿਤੇ ਨਾ ਕਿਤੇ ਤੁਹਾਨੂੰ ਉਹਦਾ ਖਮਿਆਜਾ ਭੁਗਤਣਾ ਹੀ ਪਵੇਗਾ। ਠੀਕ ਹੈ ਨਾ? ਇਸੇ ਤਰ੍ਹਾਂ ਅਸੀਂ ਬਾਈਬਲ ਵਿੱਚ ਦੇਖਦੇ ਹਾਂ ਸੈਮਸਨ ਦੇ ਕੋਲ ਬੜੀ ਪਾਵਰ ਸੀਗੀ। ਬਾਈਬਲ ਬਿਆਨ ਕਰਦੀ ਹੈ ਸੈਮਸਨ ਯੋਧਾ ਸੀਗਾ, ਲੇਕਿਨ ਬਾਈਬਲ ਦੇ ਵਿੱਚ ਹਮੇਸ਼ਾ ਉਹਦੇ ਲੋਕਾਂ ਨੂੰ ਮਨਾ ਕੀਤਾ ਗਿਆ ਸੀ, ਗੈਰ ਔਰਤਾਂ ਨੂੰ ਤੁਸੀਂ ਛੂ ਨਹੀਂ ਸਕਦੇ, ਟੱਚ ਨਹੀਂ ਕਰਨਾ। ਲੇਕਿਨ ਇੱਥੇ ਸੈਮਸਨ ਕੀ ਸੀਗਾ? ਸੈਮਸਨ ਦਲੀਲਾ ਦੇ ਮਗਰ ਪਿਆ, ਜੋ ਕਿ ਇੱਕ ਮੂਰਤੀ ਪੂਜਕ ਔਰਤ ਸੀ। ਜਦੋਂ ਉਹਦੇ ਮਗਰ ਪਿਆ ਤੇ ਇਸੇ ਹੀ ਸੈਮਸਨ ਨੂੰ ਕੀ ਹੋਇਆ? ਆਪਣੀ ਜਾਨ ਨੂੰ ਗਵਾਉਣਾ ਪਿਆ। ਪਹਿਲਾਂ ਉਹਦੀ ਅੱਖਾਂ ਕੱਢ ਦਿੱਤੀ ਗਈਆਂ, ਆਪਣੀ ਜਾਨ ਨੂੰ ਗਵਾਉਣਾ ਪੈ ਗਿਆ। ਕਿਉਂ? ਕਿਉਂਕਿ ਇਹ ਵੀ ਖੇਡ ਰਿਹਾ ਸੀਗਾ ਲੇਕਿਨ ਨੀਚੇ ਗਿਰ ਗਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਾਈਬਲ ਦੇ ਵਿੱਚ ਬੜੇ ਬੜੇ ਯੋਧੇ ਆ ਜਿਹੜੇ ਗਿਰ ਗਏ। ਕਿਉਂ ਗਿਰੇ? ਕਿਉਂਕਿ ਜਦੋਂ ਤੁਸੀਂ ਬਾਈਬਲ ਦੇ ਰੂਲ ਰੈਗੂਲੇਸ਼ਨ ਤੋਂ ਬਾਹਰ ਜਾਓਗੇ, ਬਾਈਬਲ 'ਚ ਕਿਉਂ ਲਿਖਿਆ ਹੈ ਵੀ ਤੁਸੀਂ ਗੈਰ ਜਾਤਾਂ ਦੇ ਵਿੱਚ ਵਿਆਹ ਨਹੀਂ ਕਰਵਾਉਣਾ। ਜਦੋਂ ਵਿਆਹ ਕਰਵਾਇਆ, ਠੀਕ ਹੈ ਨਾ, ਜਾਂ ਇਹਨੇ ਉਸ ਨਾਲ ਪ੍ਰੀਤ ਲਾਣੀ ਚਾਹੀ ਤੇ ਕੀ ਹੋਇਆ? ਉਸ ਪ੍ਰੀਤ ਨੇ ਹੀ ਇਹਨੂੰ ਮੌਤ ਦੇ ਮੂੰਹ ਦੇ ਵਿੱਚ ਪਹੁੰਚਾ ਦਿੱਤਾ। ਤੇ ਸੈਮਸਨ ਕੀ ਹੋਇਆ? ਜਿਹਦੀ ਅੱਖਾਂ ਕੱਢ ਦਿੱਤੀਆਂ ਗਈਆਂ ਸੀ, ਉਹ ਮਾਰਿਆ ਗਿਆ। ਕਿਉਂ ਮਾਰਿਆ ਗਿਆ? ਕਿਉਂਕਿ ਬਾਈਬਲ ਦੇ ਅਨੁਸਾਰ, ਵਚਨ ਦੇ ਅਨੁਸਾਰ ਉਹਨੇ ਜੀਵਨ ਨਹੀਂ ਸੀ ਬਤੀਤ ਕੀਤਾ, ਉਹਨੇ ਖੁਦਾ ਦੀ ਅਣਆਗਿਆਕਾਰੀ ਕੀਤੀ। ਲੇਕਿਨ ਫਿਰ ਵੀ ਖੁਦਾ ਨੇ ਉੱਤੇ ਕਿਰਪਾ ਕੀਤੀ ਸੀ। ਉਹ ਕਹਿੰਦਾ ਸੀ ਪ੍ਰਭੂ ਇੱਕ ਵਾਰ ਫਿਰ ਉਹੀ ਬਲ ਮੈਨੂੰ ਦੇ। ਤੇ ਖੁਦਾ ਕੋ ਉਹੀ ਬਲ ਉਹਨੇ ਪ੍ਰਾਪਤ ਕਰਕੇ ਕਿਹਾ ਪ੍ਰਭੂ ਜੀ ਇਹਨਾਂ ਲੋਕਾਂ ਦੇ ਨਾਲ ਮੇਰੀ ਵੀ ਜਾਨ ਜਾਵੇ। ਕਿਉਂਕਿ ਜਿਹੜੇ ਮਕਾਨ ਦੇ ਉੱਪਰ ਉਹ ਸਾਰੇ ਲੋਕ ਬੈਠੇ ਸੀਗੇ, ਉਹ ਦੋ ਥੰਬਾਂ ਤੇ ਟਿਕੇ ਹੋਏ ਸੀ। ਜਦੋਂ ਸੈਮਸਨ ਨੇ ਦੋਨੋਂ ਥੰਬਾਂ ਨੂੰ ਖਿੱਚਿਆ ਤੇ ਉਦੋਂ ਕੀ ਹੋਇਆ? ਉਹ ਸਾਰੇ ਮਾਰੇ ਗਏ ਤੇ ਸੈਮਸਨ ਵੀ ਮਾਰਿਆ ਗਿਆ। ਇਸ ਕਰਕੇ ਅਸੀਂ ਬਾਈਬਲ 'ਚ ਦੇਖਦੇ ਹਾਂ ਬਹੁਤ ਲੋਕ ਆ ਜਿਹੜੇ ਗਿਰ ਗਏ। ਠੀਕ ਹੈ ਨਾ? ਅੱਜ ਲੋਕ ਕਹਿੰਦੇ ਅਸੀਂ ਨਹੀਂ ਡਿੱਗ ਸਕਦੇ। ਤੁਸੀਂ ਖੜੇ ਹੀ ਕਦੋਂ ਹੋ ਜੇ ਤੁਸੀਂ ਡਿੱਗਣ ਦੀ ਗੱਲ ਕਰਦੇ ਹੋ? ਲੋਕ ਅੱਜ ਮਸੀਹ ਦੇ ਵਿੱਚ ਹਲੇ ਸਹੀ ਤਰੀਕੇ ਨਾਲ ਖੜੇ ਹੀ ਨਹੀਂ ਤੇ ਕਹਿੰਦੇ ਅਸੀਂ ਡਿੱਗ ਨਹੀਂ ਸਕਦੇ। ਜਿਹੜੇ ਚੰਗੇ ਭਲੇ ਖੜੇ ਸੀ ਉਹ ਵੀ ਡਿੱਗ ਗਏ। ਕਿਉਂਕਿ ਜੇ ਤੁਹਾਨੂੰ ਦੌੜਨਾ ਨਹੀਂ ਆਂਦਾ, ਚੱਲਣਾ ਨਹੀਂ ਆਂਦਾ ਸਹੀ ਤਰੀਕੇ ਨਾਲ, ਤੇ ਤੁਸੀਂ ਕਿਤੇ ਵੀ ਜਾ ਕੇ ਸ਼ੈਤਾਨ ਤੁਹਾਨੂੰ ਸਿੱਟ ਸਕਦਾ ਆ, ਮਾਰ ਸਕਦਾ ਆ। ਠੀਕ ਹੈ ਨਾ? ਇਸ ਕਰਕੇ ਬਾਈਬਲ ਦੇ ਅਨੁਸਾਰ ਤੁਹਾਡਾ ਜੀਵਨ ਹੋਵੇ। ਤੁਹਾਨੂੰ ਪਤਾ ਹੋਣਾ ਚਾਹੀਦਾ ਆ ਸ਼ੈਤਾਨ ਨੂੰ ਤੁਸੀਂ ਕਿੱਦਾਂ ਹਰਾ ਸਕਦੇ ਹੋ। ਜੇ ਤੁਸੀਂ ਬਾਈਬਲ ਨਹੀਂ ਪੜ੍ਹਦੇ, ਸੰਦੇਸ਼ਾਂ ਦੇ ਉੱਪਰ ਚੰਗੀ ਤਰ੍ਹਾਂ ਗੌਰ ਨਹੀਂ ਕਰਦੇ, ਤੁਹਾਨੂੰ ਕਦੇ ਵੀ ਪਤਾ ਨਹੀਂ ਲੱਗੇਗਾ। ਕਿਉਂਕਿ ਜੇ ਕਿਸ ਨੂੰ ਹਰਾਣਾ ਹੁੰਦਾ ਆ ਤੇ ਉਹਦੇ ਬਾਰੇ ਵੀ ਜਾਣਨਾ ਜ਼ਰੂਰੀ ਆ ਵੀ ਇਹ ਹਾਰੇਗਾ ਕਿੱਦਾਂ। ਮੰਨ ਲਓ ਤੁਸੀਂ ਕਿਸੇ ਦੁਸ਼ਮਣ ਨੂੰ ਹਰਾਣਾ ਆ, ਦੇਸ਼ਾਂ ਦੀ ਲੜਾਈ ਹੁੰਦੀ ਆ, ਇੱਕ ਦੇਸ਼ ਦੇ ਜਿਹੜੇ ਖੂਫੀਆ ਏਜੰਸੀ ਵਾਲੇ ਹੁੰਦੇ ਆ, ਦੂਜੇ ਦੇਸ਼ ਦੀ ਖੂਫੀਆ ਏਜੰਸੀ ਚੈੱਕ ਕਰਦੇ ਆ, ਜਾਂ ਉੱਥੇ ਤੇ ਜਾ ਕੇ ਹਥਿਆਰਾਂ ਨੂੰ, ਆਪਣੇ ਜਸੂਸਾਂ ਨੂੰ ਭੇਜ ਕੇ ਚੈੱਕ ਕਰਦੇ ਆ ਵੀ ਕਿਹੜਾ ਹਥਿਆਰ ਇਹਨਾਂ ਦੇ ਕੋਲ ਆ, ਉਸ ਤੋਂ ਉੱਤਮ ਹਥਿਆਰ ਅਸੀਂ ਬਣਾ ਕੇ ਇਹਨਾਂ ਨੂੰ ਮਾਰਾਂਗੇ। ਠੀਕ ਹੈ ਨਾ? ਕਿਉਂਕਿ ਜੇ ਕਿਸ ਨੂੰ ਹਰਾਣਾ ਉਸ ਤੋਂ ਪਾਵਰ ਡਬਲ ਚਾਹੀਦੀ ਆ। ਉਹਦੇ ਬਾਰੇ ਜਾਣਨਾ ਜ਼ਰੂਰੀ ਹੁੰਦਾ ਜਿਹਨੂੰ ਹਰਾਣਾ ਆ। ਜੇ ਤੁਸੀਂ ਸ਼ੈਤਾਨ ਨੂੰ ਹਰਾਣਾ ਆ ਤੇ ਸ਼ੈਤਾਨ ਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਵੀ ਸ਼ੈਤਾਨ ਹਾਰਦਾ ਕਿਹੜੀ ਚੀਜ਼ ਤੋਂ ਆ, ਡਰਦਾ ਕਿਹੜੀ ਚੀਜ਼ ਤੋਂ ਆ। ਠੀਕ ਹੈ ਨਾ?
ਤੇ ਸ਼ੈਤਾਨ ਹਮੇਸ਼ਾ ਹੀ ਵਚਨ ਤੋਂ ਡਰਦਾ ਹੈ, ਉਹ ਪਵਿੱਤਰਤਾਈ ਤੋਂ ਡਰਦਾ ਹੈ। ਠੀਕ ਹੈ ਨਾ, ਸ਼ੈਤਾਨ ਹਮੇਸ਼ਾ ਪਵਿੱਤਰਤਾਈ ਤੋਂ, ਚੰਗੇ ਕਰੈਕਟਰ ਤੋਂ ਡਰਦਾ ਹੈ। ਠੀਕ ਹੈ, ਜੇ ਤੁਹਾਨੂੰ ਪਤਾ ਹੀ ਨਹੀਂ ਹੋਵੇਗਾ ਉਹਨੂੰ ਹਰਾਣਾ ਕੀਤਾ, ਤੁਸੀਂ ਕਦੇ ਵੀ ਉਹਨੂੰ ਹਰਾ ਨਹੀਂ ਸਕਦੇ। ਠੀਕ ਹੈ, ਇਸੇ ਤਰ੍ਹਾਂ ਸੈਮਸਨ ਡਿੱਗ ਗਿਆ ਤੇ ਉਹਨੇ ਦੂਜੀਆਂ ਔਰਤਾਂ ਨਾਲ ਕੀ ਕੀਤਾ, ਵਿਆਹ ਜਦੋਂ ਉਹਨੇ ਕਰਵਾਇਆ ਦੂਜੀਆਂ ਔਰਤਾਂ ਦੇ ਪਿੱਛੇ ਪਿਆ ਤੇ ਉਹ ਡਿੱਗ ਗਿਆ। ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਦੂਜਾ ਸੈਮੂਅਲ 12:1, ਦੂਜਾ ਸੈਮੂਅਲ 12:1, ਯਹੋਵਾ ਨੇ ਨਥਾਨ ਨੂੰ ਦਾਊਦ ਦੇ ਕੋਲ ਘੱਲਿਆ। ਉਸਨੇ ਉਸਦੇ ਕੋਲ ਆ ਕੇ ਉਸਨੂੰ ਆਖਿਆ, ਇੱਕ ਸ਼ਹਿਰ ਵਿੱਚ ਦੋ ਜਣੇ ਸਨ, ਇੱਕ ਤਾਂ ਧਨਵਾਨ ਅਤੇ ਦੂਜਾ ਕੰਗਾਲ। ਉਹ ਧਨਵਾਨ ਕੋਲ ਢੇਰ ਸਾਰੇ ਇੱਜੜ ਅਤੇ ਬੱਗ ਸਨ, ਪਰ ਉਸ ਕੰਗਾਲ ਕੋਲ ਭੇਡਾਂ ਦਾ ਇੱਕ ਲੇਲੀ ਅਤੇ ਖੁਣੋ ਕੁਝ ਹੋਰ ਨਹੀਂ ਸੀ। ਉਸਨੂੰ ਉਸਨੇ ਮੁੱਲ ਲਿਆ ਸੀ ਅਤੇ ਪਾਲਿਆ ਸੀ ਅਤੇ ਉਸਦੇ ਬਾਲਕਾਂ ਦੇ ਕੋਲ ਵਧੀ। ਹੁਣ ਇੱਥੇ ਅਸੀਂ ਦੇਖਦੇ ਹਾਂ, ਇਹ ਤੁਸੀਂ ਬਾਅਦ ਪੜ੍ਹ ਸਕਦੇ ਹੋ, ਦੂਜਾ ਸੈਮੂਅਲ 12 ਚੈਪਟਰ ਨੂੰ ਪੜ੍ਹ ਸਕਦੇ ਹੋ। ਇਹਦੇ ਵਿੱਚ ਲਿਖਿਆ ਆ ਦਾਊਦ ਜਿਹੜਾ ਕੀ ਰਾਜਾ ਸੀਗਾ, ਦਾਊਦ ਆਪਣੇ ਮਹਿਲ ਉੱਪਰ ਕੀ ਸੀ, ਟਹਿਲ ਰਿਹਾ ਸੀਗਾ। ਦਾਊਦ ਆਪਣੇ ਮਹਿਲ ਉੱਪਰ ਟਹਿਲ ਰਿਹਾ ਸੀ। ਉਹਨੇ ਟਹਿਲਦੇ ਇੱਕ ਔਰਤ ਨੂੰ ਵੇਖਿਆ ਜਿਹੜੀ ਨਹਾ ਰਹੀ ਸੀਗੀ। ਇੱਕ ਨਹਾਉਂਦੀ ਹੋਈ ਔਰਤ ਨੂੰ ਵੇਖਿਆ। ਉਹ ਕੌਣ ਸੀ? ਉਹਦੇ ਹੀ ਸਿਪਾਹੀ ਦੀ ਪਤਨੀ, ਜਿਹੜਾ ਯੁੱਧ ਲੜ ਰਿਹਾ ਸੀਗਾ। ਉਹਦੀ ਸਿਪਾਹੀ ਦੀ ਪਤਨੀ ਸੀਗੀ, ਉਜੀਆ ਦੀ ਪਤਨੀ ਸੀਗੀ। ਠੀਕ ਹੈ ਨਾ, ਤੇ ਇਹਨੇ ਕੀ ਕੀਤਾ ਸੀ, ਦਾਊਦ ਨੇ ਉਜੀਆ ਨੂੰ ਕੀ ਕੀਤਾ ਸੀਗਾ, ਜੰਗ ਦੇ ਵਿੱਚ ਫਰੰਟ ਤੇ ਭੇਜ ਕੇ ਮਰਵਾ ਦਿੱਤਾ ਸੀ। ਤੇ ਇਸ ਕਰਕੇ ਖੁਦਾ ਇਸ ਗੱਲ ਨੂੰ ਵੇਖ ਕੇ ਨਾਰਾਜ਼ ਹੋਇਆ ਤੇ ਉਹਨੇ ਆਪਣੇ ਨਬੀ ਨਥਾਨ ਨੂੰ ਭੇਜਿਆ ਦਾਊਦ ਦੇ ਕੋਲ ਭੇਜਿਆ। ਤਦ ਨਥਾਨ ਨੇ ਦਾਊਦ ਨੂੰ ਆਖਿਆ, ਉਹ ਮਨੁੱਖ ਤੂੰ ਹੀ ਹੈ ਜਿਹਨੇ ਇਹ ਗਲਤ ਕੰਮ ਕੀਤਾ। ਯਹੋਵਾ ਇਸਰਾਇਲ ਦੇ ਪਰਮੇਸ਼ਵਰ ਨੇ ਇਹੋ ਆਖਿਆ ਹੈ ਕਿ ਮੈਂ ਤੈਨੂੰ ਮਸਾ ਕੀਤਾ, ਤੂੰ ਇਸਰਾਇਲ ਉੱਤੇ ਰਾਜ ਕਰਿਆ ਤੇ ਮੈਂ ਤੈਨੂੰ ਸ਼ਾਉਲ ਦੇ ਹੱਥੋਂ ਛੁਡਾਇਆ। ਮੈਂ ਤੇਰੇ ਮਾਲਕ ਦੇ ਘਰ ਤੈਨੂੰ ਦਿੱਤਾ, ਮੈਂ ਤੇਰੇ ਮਾਲਕ ਦੀ ਰਾਣੀਆਂ ਵੀ ਤੈਨੂੰ ਦਿੱਤੀਆਂ, ਤੂੰ ਤਾਂ ਵੀ ਇਹ ਕੰਮ ਕੀਤਾ। ਕਹਿੰਦਾ ਮੈਂ ਤੈਨੂੰ ਸਭ ਕੁਝ ਦਿੱਤਾ, ਫਿਰ ਵੀ ਤੂੰ ਇਹ ਕੰਮ ਕਿਉਂ ਕੀਤਾ? ਇੱਕ ਨਹਾਉਂਦੀ ਹੋਈ ਔਰਤ ਨੂੰ ਵੇਖ ਕੇ ਉਹਦੇ ਨਾਲ ਉਹਨੇ ਵਿਆਹ ਕਰਵਾਇਆ, ਉਹਦੇ ਪਤੀ ਨੂੰ ਮਰਵਾ ਕੇ। ਠੀਕ ਹੈ ਨਾ, ਇਹ ਸਭ ਕੀ ਹੋਇਆ? ਬੜਾ ਹੀ ਗਲਤ ਕੰਮ ਹੋਇਆ। ਸੋ ਤੈਂ ਯਹੋਵਾ ਦੀ ਆਗਿਆ ਨੂੰ ਤੁੱਛ ਜਾਣ ਕੇ ਉਸਦੇ ਅੱਗੇ ਕਾਹਨੂੰ ਬੁਰਾਈ ਕੀਤੀ? ਕਿਉਂ ਜੋ ਤੂੰ ਹਿੱਤੀ ਉਰਿਆ ਦੀ ਪਤਨੀ ਨੂੰ ਤਲਵਾਰ ਨਾਲ ਵਢਵਾਇਆ, ਹਿੱਤੀ ਉਰਿਆ ਨੂੰ ਤਲਵਾਰ ਨਾਲ ਵਢਵਾਇਆ ਅਤੇ ਉਸ ਦੀ ਪਤਨੀ ਨੂੰ ਲੈ ਕੇ ਆਪਣੀ ਪਤਨੀ ਬਣਾਇਆ, ਔਰ ਉਸ ਨੂੰ ਅਮੋਨੀਆ ਦੀ ਤਲਵਾਰ ਨਾਲ ਵਢਾ ਸੁੱਟਿਆ। ਅਮੋਨੀਆ ਦੀ ਤਲਵਾਰ ਦੇ ਨਾਲ, ਅਮੋਨੀ ਸੈਨਾ ਦੀ ਤਲਵਾਰ, ਜਿਹੜੇ ਅਮੋਨੀ ਸੀਗੇ ਉਹਨਾਂ ਦੀ ਤਲਵਾਰ ਦੇ ਨਾਲ ਹਿੱਤੀ ਉਰਿਆ ਨੂੰ ਕੀ ਕੀਤਾ? ਵਢਵਾ ਸੁੱਟਿਆ। ਕਿਉਂਕਿ ਹਿੱਤੀ ਉਰਿਆ ਦੀ ਪਤਨੀ ਨੂੰ ਉਹਨੇ ਆਪਣੀ ਪਤਨੀ ਬਣਾ ਲਿਆ ਸੀਗਾ। ਹੁਣ ਇਹ ਕੀ ਸੀਗਾ? ਹੁਣ ਅਸੀਂ ਬਾਈਬਲ 'ਚ ਦੇਖਦੇ ਵੱਡੇ ਵੱਡੇ ਜਿਹੜੇ ਸੂਰਮੇ ਸੀਗੇ ਉਹ ਵੀ ਡਿੱਗ ਗਏ। ਜਦੋਂ ਉਹ ਬਾਈਬਲ ਦੇ ਰੂਲ ਰੈਗੂਲੇਸ਼ਨ ਤੋਂ ਬਾਹਰ ਗਏ ਉਹ ਵੀ ਡਿੱਗੇ ਤੇ ਖੁਦਾ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਤੇ ਅੱਜ ਦੇ ਲੋਕ ਕੀ ਆ ਫਿਰ, ਜਿਹੜੇ ਕਹਿੰਦੇ ਆ ਵੀ ਅਸੀਂ ਬੜੇ ਹੀ ਆਤਮਿਕ ਆ, ਅਸੀਂ ਚੱਲ ਰਹੇ ਹਾਂ, ਅਸੀਂ ਦੌੜ ਰਹੇ ਹਾਂ, ਪਰਮੇਸ਼ਵਰ ਸਾਨੂੰ ਮਾਰਨ ਨਹੀਂ ਲੱਗਾ। ਪਰਮੇਸ਼ਵਰ ਕਿਸ ਨੂੰ ਨਹੀਂ ਮਾਰਦਾ। ਪਰਮੇਸ਼ਵਰ ਨੇ, ਅਲੀਸ਼ਾ ਨੇ ਆਪਣੇ ਚੇਲੇ ਨੂੰ ਮਾਰਿਆ ਨਹੀਂ ਸੀਗਾ, ਸ਼ਰਾਪ ਹੀ ਦਿੱਤਾ ਸੀਗਾ। ਠੀਕ ਹੈ, ਕੋੜ ਉਹਦੇ ਉੱਪਰ ਆ ਗਿਆ ਸੀ। ਅੱਜ ਵੀ ਲੋਕਾਂ ਦੇ ਜੀਵਨ ਕੋੜੀ ਹੁੰਦੇ ਜਾ ਰਹੇ ਆ, ਕਿਉਂਕਿ ਲੋਕਾਂ ਨੂੰ ਜੀਵਨ ਹੀ ਜੀਣਾ ਨਹੀਂ ਆ ਰਿਹਾ ਵੀ ਮਸੀਹ ਜੀਵਨ ਜੀਣਾ ਕਿੱਦਾਂ ਆ। ਉਹਨਾਂ ਨੂੰ ਖਾੜੇ ਦੇ ਵਿੱਚ ਤਾਂ ਲੋਕ ਵੜ ਜਾਂਦੇ ਆ, ਮਸੀਹ ਦਾ ਬੜਾ ਬਦਲਣ ਦਾ ਬਹੁਤ ਲੋਕਾਂ ਨੂੰ ਸ਼ੌਕ ਲੱਗ ਜਾਂਦਾ ਵੀ ਅਸੀਂ ਮਸੀਹ ਬਣ ਜਾਈਏ, ਲੇਕਿਨ ਜਦੋਂ ਜੀਵਨ ਜੀਣ ਦੀ ਵਾਰੀ ਆਉਂਦੀ ਆ ਫਿਰ ਲੋਕੀ ਭੱਜਣਾ ਸ਼ੁਰੂ ਕਰਦੇ ਆ। ਕਿਉਂਕਿ ਮਸੀਹ ਲਾਈਨ ਕੀ ਆ? ਮਸੀਹ ਲਾਈਨ ਉਹ ਲਾਈਨ ਆ ਜਿਹਦੇ ਵਿੱਚ ਤੁਹਾਨੂੰ ਆਪਣੀਆਂ ਖੁਆਇਸ਼ਾਂ, ਆਪਣੇ ਰਿਸ਼ਤੇਦਾਰ, ਆਪਣੇ ਸਗੇ ਸੰਬੰਧੀ, ਹਰੇਕ ਚੀਜ਼ ਦਾ ਤਿਆਗ ਕਰਨਾ ਪਵੇਗਾ ਤੇ ਵਚਨ ਨੂੰ ਪਹਿਲ ਦੇਣੀ ਪਵੇਗੀ। ਕਿ ਯਿਸੂ ਮਸੀਹ ਨੇ ਕਿਹਾ, ਜੇ ਕੋਈ ਮੇਰੇ ਪਿੱਛੇ ਆਣਾ ਚਾਹਵੇ ਆਪਣੇ ਆਪ ਦਾ ਇਨਕਾਰ ਕਰੇ ਤੇ ਆਪਣੀ ਕਰੂਸ ਚੁੱਕ ਕੇ ਮੇਰੇ ਪਿੱਛੇ ਆਵੇ। ਆ ਮਸੀਹ ਲਾਈਨ ਤੇ ਕਾਇਦੇ ਮੁਜਬ ਹੀ ਖੇਡਣਾ ਪਵੇਗਾ। ਜੇ ਤੁਸੀਂ ਕਾਇਦੇ ਤੋਂ ਬਾਹਰ ਜਾ ਕੇ ਖੇਡਦੇ ਹੋ ਤੇ ਕੋਈ ਨਾਮ ਨਹੀਂ, ਭੱਜੀ ਜਾਓ, ਦੌੜੀ ਜਾਓ।
अपने ही दौड़ दौड़ाई जाओ, अपने घोड़े दौड़ाई जाओ, कुछ भी प्राप्त नहीं होगा। जे रैप्चर ਨੂੰ प्राप्त करना आ, मुकुट प्राप्त करना, अनंत जीवन चाहिदा आ, ते ਤੁਹਾਨੂੰ बाइबल ਦੇ ਅਨੁਸਾਰ ही दौड़ना पवेगा। क्योंकि संत पौलुस भी दौड़दा सीगा, संत पौलुस भी दौड़दा सी ते ਉਹ ਕਹਿੰਦਾ ਸੀ मैं अपने शरीर ਨੂੰ रोज मारदा ते कुटदा आ, अपने शरीर ਨੂੰ रोज मारदा आ। ठीक है ना? कस तो ਕਿਹੜੀ ਚੀਜ਼ਾਂ ਤੋਂ ਮਾਰਦਾ ਸੀਗਾ? ਉਹ ਸੰਸਾਰਿਕ ਚੀਜ਼ਾਂ ਤੋਂ, ਵਿਲਾਸ਼ਾ ਤੋਂ, ਹਰੇਕ ਚੀਜ਼ ਤੋਂ ਆਪਣੇ ਆਪ ਨੂੰ ਪਰੇ ਰੱਖਦਾ ਸੀਗਾ। ਠੀਕ ਹੈ ਨਾ? ਉਹ ਵਚਨ ਨੂੰ ਪਹਿਲ ਦਿੰਦਾ ਸੀਗਾ, ਵਚਨ ਨੂੰ ਪਹਿਲ ਦੇਣੀ ਆ। ਜੇ ਤੁਸੀਂ ਜਿਤਨਾ ਚਾਹੁੰਦੇ ਹੋ, ਪ੍ਰਭੂ ਯਿਸੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ, ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਤੇਰਾ ਬਹੁਤ ਧੰਨਵਾਦ ਕਰਦਾ ਪ੍ਰਭੂ ਜੀ ਇਹ ਛੋਟੇ ਸੰਦੇਸ਼ ਦੇ ਲਈ ਖੁਦਾਵੰਦ ਪ੍ਰਭੂ ਜੀ। ਕਿਉਂਕਿ ਮੇਰੇ ਮਹਾਨ ਪਿਤਾ, ਜੇ ਕੋਈ ਵੀ ਦੌੜਦਾ ਆ ਖੁਦਾਵੰਦ ਤੇ ਪ੍ਰਭੂ ਯਿਸੂ ਮਸੀਹ ਜੇ ਉਹ ਜਿੱਤ ਨੂੰ ਪ੍ਰਾਪਤ ਨਹੀਂ ਕਰਦਾ, ਜੇ ਜਿੱਤਦਾ ਨਹੀਂ ਹੈ ਤਾਂ ਉਸ ਨੂੰ ਕੋਈ ਇਨਾਮ ਨਹੀਂ ਮਿਲੇਗਾ ਖੁਦਾਵੰਦ। ਸੱਚਮੁੱਚ ਮੇਰੇ ਮਹਾਨ ਪਿਤਾ, ਕਿਉਂਕਿ ਦੌੜਦੇ ਤਾਂ ਬਹੁਤ ਹਨ ਲੇਕਿਨ ਇਨਾਮ ਇੱਕੋ ਹੀ ਲੈ ਜਾਂਦਾ ਹੈ। ਤੇ ਸੱਚਮੁੱਚ ਮੇਰੇ ਮਹਾਨ ਪਿਤਾ, ਮੈਂ ਵਿਸ਼ਵਾਸ ਕਰਦਾ ਅੱਜ ਬਹੁਤ ਸੰਸਾਰ ਪ੍ਰਭੂ ਜੀ ਦੌੜ ਰਿਹਾ ਹੈ, ਮਿਸ਼ਨਾਂ ਜਥੇਬੰਦੀਆਂ ਵੀ ਦੌੜ ਰਹੀਆਂ ਹਨ ਖੁਦਾਵੰਦਾ, ਲੇਕਿਨ ਇਨਾਮ ਸਿਰਫ ਤੇ ਸਿਰਫ ਤੇਰੀ ਦੁਲਹਨ ਲੈ ਕੇ ਜਾਵੇਗੀ। क्योंकि प्रभु यीशु मसीह ते बाइबल दुल्हन दे लई लिखी गई है खुदावंदा। इस जगत दे विच खुदावंद प्रभु जी तू सिर्फ अपनी दुल्हन दे लई आया है खुदावंद। ते मेरे महान पिता, मैं विश्वास करदा तू बहुत जल्दी आ रहा है अपनी पवित्र लाड़ी नू, अपनी पवित्र दुल्हन नू लैण वास्ते खुदावंद। तू वड्डी दया कर, कृपा कर। जिद तक तू नहीं आंदा प्रभु जी, असीं इसे तरह ही खुदावंद विश्वास दे नाल खुदावंद तेरी महिमा ते वडियाई करते जाइए, तेरे वचन नू पहल दिंदे जाइए खुदावंद, तेरे वचन के अनुसार जीवन व्यतीत करते जाइए। दया कर, कृपा कर खुदावंद प्रभु। जिन्हें भैन भाई स्थान से बैठे हैं सबनों नू आशीष और बरकत देनी है, दया करनी है, कृपा करनी है। तेरे सामर्थी नाम प्रभु यीशु मसीह दे विच मंगदे हैं, आमीन। हालेलुया।